प्यारी साध संगत जी, भगवान वाल्मीकि जी की जय। जय गुरुदेव, धन गुरुदेव। ਅੱਜ ਆਪਾਂ ਗੁਰੂ ਰਵਿਦਾਸ ਜੀ ਦੀ ਗੁਰਪੁਰਬ ਦੇ ਸੰਬੰਧ ਵਿੱਚ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਅੱਜ ਦੀ ਇਸ ਵਾਰਤਾਲਾਪ ਵਿੱਚ ਮੇਰੇ ਨਾਲ ਹਿੱਸਾ ਲੈ ਰਹੇ ਹਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸਹੋਤਾ। ਭਾਈ ਸਾਹਿਬ ਜੀ, ਭਗਵਾਨ ਵਾल्मीकि जी की जय। जय गुरुदेव, धन गुरुदेव। ਸਾਡੇ ਕੁਝ ਭੈਣ ਭਾਈ ਇਹ ਜ਼ਰੂਰ ਵਿਚਾਰ ਕਰਦੇ ਹੋਣਗੇ ਕਿ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਤਾਂ ਲੰਘ ਗਿਆ, ਪਰ ਇਹ ਟੀਚਿੰਗ ਆਫ ਭਗਵਾਨ ਵਾल्मीकि ਜੀ ਦੇ ਨਾਂ ਥੱਲੇ ਪ੍ਰੋਗਰਾਮ ਦੇਣ ਵਾਲੇ ਅਜੇ ਵੀ ਮੀਡੀਆ ਉੱਪਰ ਆ ਕੇ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਹੀ ਗੀਤ ਗਾਏ ਜਾ ਰਹੇ ਹਨ। ਮੈਨੂੰ ਇੱਕ ਗੁਰਬਾਣੀ ਦੀ ਕੜੀ ਯਾਦ ਆ ਗਈ। ਗੁਰੂ ਘਰ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ, ਜਿਸ ਦਿਨ ਬਿਸਰੇ ਪਾਰ ਬ੍ਰਹਮ, ਫਿਟ ਭੁਲੇਰੀ ਰੁੱਤ। ਗੁਰੂ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਜਿਸ ਦਿਨ ਵੀ ਉਸ ਪਰਮਾਤਮਾ ਨੂੰ ਯਾਦ ਕਰ ਲਿਆ ਜਾਵੇ, ਉਹ ਦਿਨ ਸੋਹਣਾ ਹੈ, ਸੁਹਾਵਣਾ ਹੈ, ਜਾਂ ਫਿਰ ਗੁਰਪੁਰਬ ਹੀ ਆਖਿਆ ਜਾ ਸਕਦਾ ਹੈ। ਮਹਾਤਮਾ ਦੇ ਜਨਮ ਦਿਵਸ ਕਹਿ ਲਓ, ਪ੍ਰਗਟ ਦਿਵਸ ਕਹਿ ਲਓ, ਗੁਰਪੁਰਬ ਕਹਿ ਲਓ, ਪ੍ਰਕਾਸ਼ ਉਤਸਵ ਕਹਿ ਲਓ, ਜਾਂ ਫਿਰ ਕਿਸੇ ਹੋਰ ਸ਼ਬਦ ਨਾਲ ਯਾਦ ਕਰ ਲਈਏ, ਮਕਸਦ ਸਾਰਿਆਂ ਦਾ ਇੱਕ ਹੀ ਹੈ। ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਕਿਤੇ ਵੀ ਇਹ ਜ਼ਿਕਰ ਨਹੀਂ ਕੀਤਾ ਕਿ ਜੇਕਰ ਕਿਸੇ ਨੇ ਗੁਰਪੁਰਬ ਆਖ ਦਿੱਤਾ ਤਾਂ ਉਹਨਾਂ ਦੇ ਜ਼ਿਆਦਾ ਨਜ਼ਦੀਕ ਹੈ, ਜਾਂ ਕਿਸੇ ਨੇ ਜਨਮ ਦਿਨ ਕਹਿ ਦਿੱਤਾ ਤਾਂ ਉਹਨਾਂ ਤੋਂ ਦੂਰ ਹੈ। ਸਵਾਲ ਇਸ ਚੀਜ਼ ਦਾ ਹੈ ਕਿ ਆਪਾਂ ਉਹਨਾਂ ਦੀ ਸਿੱਖਿਆ ਨੂੰ ਆਪਣੀ ਜ਼ਿੰਦਗੀ ਵਿੱਚ ਕਿੰਨਾ ਕੁ ਮੰਨਣ ਵਿੱਚ ਲੈ ਕੇ ਆਉਂਦਾ। ਮਾਲਕ ਦੇ ਪਿਆਰੇ ਆਪਾਂ ਨੂੰ ਮਾਲਕ ਦੀ ਭਗਤੀ ਕਰਕੇ ਉਸ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰੇਕ ਧਰਮ ਦੀ ਪੂਜਾ ਜਾਂ ਉਸ ਮਾਲਕ ਦੀ ਬੰਦਗੀ ਦਾ ਢੰਗ ਵੱਖਰਾ ਵੱਖਰਾ ਹੋ ਸਕਦਾ ਹੈ। ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਵੱਖਰਾ ਹੋ ਸਕਦਾ? ਇਸ ਕਰਕੇ ਵੱਖਰਾ ਹੋ ਸਕਦਾ ਕਿ ਇਹ ਪੂਜਾ ਦਾ ਢੰਗ ਇਸ ਇਨਸਾਨ ਨੇ ਆਪ ਬਣਾਇਆ। ਭਾਵ ਇਹ ਇਨਸਾਨ ਦੇ ਮਨ ਦੀ ਕਾਂਟ ਆਖੀ ਜਾ ਸਕਦੀ। ਮਨ ਕੀ ਕਰੇਗਾ? ਸੌਖੇ ਤੋਂ ਸੌਖਾ ਢੰਗ ਨਾਲ ਲੱਭਣ ਦੀ ਕੋਸ਼ਿਸ਼ ਕਰੇਗਾ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵਿਚਾਰ ਕੀਤੀ ਕਿ ਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਕਿਤੇ ਵੀ ਅਜਿਹਾ ਜ਼ਿਕਰ ਨਹੀਂ ਕੀਤਾ ਕਿ ਜੇਕਰ ਕਿਸੇ ਨੇ ਉਹਨਾਂ ਦੀ ਯਾਦ ਨੂੰ ਗੁਰਪੁਰਬ ਕਹਿ ਕੇ ਵਰਣਨ ਕੀਤਾ ਤਾਂ ਉਹ ਉਹਨਾਂ ਦੇ ਜ਼ਿਆਦਾ ਨਜ਼ਦੀਕ ਨਹੀਂ ਹੈ। ਇਹ ਗੁਰਪੁਰਬ, ਪ੍ਰਕਾਸ਼ ਉਤਸਵ, ਜਨਮ ਦਿਨ ਦੀ ਦੀਵਾਰ ਕਿਸ ਨੇ ਖੜੀ ਕੀਤੀ? ਇਸ ਇਨਸਾਨ ਦੇ ਮਨ ਨੇ ਖੜੀ ਕੀਤੀ। ਆਪਾਂ ਆਖ ਸਕਦੇ ਹਾਂ ਕਿ ਮਾਲਕ ਦੇ ਪਿਆਰਿਆਂ ਨੇ ਮਾਲਕ ਦੀ ਬੰਦਗੀ ਕੀਤੀ, ਮਾਲਕ ਦੀ ਭਗਤੀ ਕੀਤੀ। ਭਗਤੀ ਕਰਨ ਲਈ ਰਸ ਦੇ ਅੰਦਰ ਜੋ ਰੁਕਾਵਟਾਂ ਉਹਨਾਂ ਨੂੰ ਆਈਆਂ, ਉਹਨਾਂ ਦਾ ਜ਼ਿਕਰ ਉਹਨਾਂ ਦੇ ਪਿਆਰਿਆਂ ਨੇ ਇਹਨਾਂ ਧਾਰਮਿਕ ਗ੍ਰੰਥਾਂ ਅੰਦਰ ਕਰ ਦਿੱਤਾ। ਖੁੱਲੇ ਦਿਲ ਨਾਲ ਆਪਾਂ ਵਿਚਾਰ ਕਰਕੇ ਦੇਖੀਏ ਤਾਂ ਆਪਾਂ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਕਿਉਂ ਮੱਥਾ ਟੇਕਦੇ ਹਾਂ?
ਗੁਰੂ ਪਿਆਰੀ ਸਾਧ ਸੰਗਤ ਜੀ, ਮੱਥਾ ਇਸ ਕਰਕੇ ਟੇਕਦੇ ਹਾਂ ਕਿ ਇਸ ਅੰਦਰ ਜੋ ਕੁਝ ਲਿਖਿਆ ਹੋਇਆ ਹੈ ਉਹ ਸਾਨੂੰ ਪ੍ਰਵਾਨ ਹੈ। ਜੇਕਰ ਉਹਨਾਂ ਦੀ ਬਾਣੀ ਨੂੰ ਮੰਨਿਆ ਹੀ ਨਹੀਂ ਤਾਂ ਸਾਰੀ ਜ਼ਿੰਦਗੀ ਲੱਗੇ ਰਹੀਏ, ਜ਼ਿੰਦਗੀ ਵਿੱਚ ਤਬਦੀਲੀ ਨਹੀਂ ਆ ਸਕਦੀ। ਮਾਲਕ ਦੇ ਪਿਆਰੇ ਇਸ ਦੁਨੀਆ ਵਿੱਚ ਸੱਚ ਦਾ ਸੁਨੇਹਾ ਦੇਣ ਵਾਸਤੇ ਆਉਂਦੇ ਹਨ। ਇੱਥੇ ਧਰਮ ਦੀਆਂ ਦੀਵਾਰਾਂ ਖੜੀਆਂ ਕਰਨ ਵਾਸਤੇ ਨਹੀਂ ਆਉਂਦੇ। ਖੁੱਲੇ ਦਿਲ ਨਾਲ ਵਿਚਾਰ ਕਰਕੇ ਦੇਖੀਏ ਕਿ ਕੋਈ 500 ਸਾਲ ਪਹਿਲਾਂ ਸਿੱਖ ਨਹੀਂ ਸਨ, ਕੋਈ 1400 ਸਾਲ ਪਹਿਲਾਂ ਮੁਸਲਮਾਨ ਨਹੀਂ ਸਨ, ਭਾਵ ਇਸਲਾਮ ਨੂੰ ਮੰਨਣ ਵਾਲਿਆਂ ਦੀ ਹੋਂਦ ਨਹੀਂ ਸੀ। ਕੋਈ 2000 ਸਾਲ ਪਹਿਲਾਂ ਈਸਾਈ ਵੀ ਨਹੀਂ ਸਨ ਅਤੇ ਤਕਰੀਬਨ 5000 ਸਾਲ ਤੋਂ ਪਹਿਲਾਂ ਬੋਧੀਆਂ ਦੀ ਕੋਈ ਸੂਝ-ਬੂਝ ਵੀ ਨਹੀਂ ਸੀ। ਮਾਲਕ ਦੇ ਪਿਆਰੇ ਆਪਾਂ ਨੂੰ ਇਹਨਾਂ ਧਰਮ ਦੀਆਂ ਦੀਵਾਰਾਂ ਵਿੱਚੋਂ ਬਾਹਰ ਕੱਢਣ ਲਈ ਆਉਂਦੇ ਹਨ। ਸਭ ਤੋਂ ਪਹਿਲੀ ਗੱਲ, ਬਾਣੀ ਅੰਦਰ ਆਪਾਂ ਨੂੰ ਕੀ ਸਮਝਾਈ ਜਾਂਦੀ। ਮਹਾਤਮਾ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਇਨਸਾਨ ਦਾ ਜਾਮਾ ਕਹਿ ਲਓ ਜਾਂ ਇਨਸਾਨ ਦੀ ਹੋਂਦ ਕਹਿ ਲਓ, ਸਿਰਫ ਉਸ ਮਾਲਕ ਦੀ ਭਗਤੀ ਕਰਕੇ ਉਸ ਨਾਲ ਮਿਲਣ ਵਾਸਤੇ ਆਪਾਂ ਨੂੰ ਮਿਲੀ ਹੈ। ਬਾਕੀ ਜੂਨਾਂ ਵਿੱਚ ਮੌਕਾ ਨਹੀਂ ਹੈ। ਜਿਸ ਤਰ੍ਹਾਂ ਗੁਰਬਾਣੀ ਅੰਦਰ ਜ਼ਿਕਰ ਆਇਆ, ਇਸ ਦੇ ਹੀ ਕੋ ਸਿਮਰੇ ਦੇਵ, ਭਾਵ ਦੇਵਤਿਆਂ ਨੂੰ ਵੀ ਇਹ ਮੌਕਾ ਨਹੀਂ ਕਿ ਉਹ ਉਸ ਮਾਲਕ ਨਾਲ ਮਿਲ ਸਕਣ। ਆਪਾਂ ਆਖ ਸਕਦੇ ਹਾਂ ਕਿ ਇਹ ਕਾਨੂੰਨ ਉਸ ਮਾਲਕ ਨੇ ਆਪ ਬਣਾਇਆ ਕਿ ਸਿਰਫ ਇਨਸਾਨ ਹੀ ਉਸ ਮਾਲਕ ਦੀ ਬੰਦਗੀ ਕਰਕੇ ਉਸ ਨਾਲ ਮਿਲਾਪ ਕਰ ਸਕਦਾ। ਭਾਈ ਸਾਹਿਬ ਜੀ, ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ, ਦੁਲੰਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਭਿਵੇਕੇ, ਰਾਜੇ ਇੰਦਰ ਸਮਸਰ ਗ੍ਰਹਿ ਆਸਨ, ਬਿਨ ਹਰ ਭਗਤ ਕਹੋ ਕੇ ਲਿਖੇ। ਸਤਿਗੁਰੂ ਰਵਿਦਾਸ ਜੀ ਬਿਆਨ ਕਰਦੇ ਹਨ ਕਿ ਜੇਕਰ ਮਨੁੱਖ ਜਨਮ ਪ੍ਰਾਪਤ ਕਰਕੇ ਮਾਲਕ ਦੀ ਬੰਦਗੀ ਨਹੀਂ ਕੀਤੀ ਤਾਂ ਜਨਮ ਵਿਅਰਥ ਚਲਿਆ ਜਾਵੇਗਾ। ਆਪ ਸੰਗਤ ਨੂੰ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਸਭ ਤੋਂ ਪਹਿਲਾਂ ਆਪਾਂ ਹੱਥ ਜੋੜ ਕੇ ਜਿਹੜੀ ਉਹ ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਸਮੁੱਚੀ ਮਾਨਵਤਾ ਦੀ ਆਪਾਂ ਗੱਲ ਕਰ ਲਈਏ, ਉਹਨਾਂ ਨੂੰ ਜਿਹੜੀ ਆਪਾਂ ਵਧਾਈ ਦਿੰਦੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰਪੁਰਬ ਜਿਹੜਾ, ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ ਕਿ ਉਹ ਕੁਝ ਸਮਾਂ ਪਹਿਲਾਂ ਲੰਘ ਚੁੱਕਾ, ਲੇਕਿਨ ਉਹਨਾਂ ਨੇ ਗੁਰਬਾਣੀ ਦੀ ਇੱਕ ਕੜੀ ਦਾ ਆਸਰਾ ਲਿਆ ਕਿ ਉਸ ਮਾਲਕ ਦਾ ਆਪਾਂ ਜਨਮ ਦਿਨ ਕਹਿ ਲਈਏ, ਪ੍ਰਗਟ ਦਿਵਸ ਕਹਿ ਲਈਏ, ਪ੍ਰਕਾਸ਼ ਉਤਸਵ ਕਹਿ ਲਈਏ, ਜਾਂ ਕਿਸੇ ਹੋਰ ਲਫ਼ਜ਼ ਦੇ ਨਾਲ ਆਪਾਂ ਯਾਦ ਕਰ ਲਈਏ, ਮਕਸਦ ਇਸ ਚੀਜ਼ ਦਾ ਕਿ ਆਪਾਂ ਉਹਨਾਂ ਦੀ ਜਿਹੜੀ ਸਿੱਖਿਆ ਨਾ ਉਸ ਨੂੰ ਕਿੰਨਾ ਕੁ ਮੰਨਣ ਵਿੱਚ ਲੈ ਕੇ ਆਉਂਦਾ। ਇਸ ਚੀਜ਼ ਨੂੰ ਸਪਸ਼ਟ ਕਰਨ ਦੇ ਲਈ ਭੈਣ ਜੀ ਨੇ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ, ਨਾਨਕ ਸੋਈ ਦਿਵਸ ਸੁਹਾਵੜਾ, ਦਿਵਸ ਤੋਂ ਭਾਵ ਦਿਨ। ਗੁਰੂ ਸਾਹਿਬਾਨ ਦੱਸਦੇ ਹਨ ਕਿ ਉਹ ਦਿਨ ਹੀ ਸੋਹਣਾ ਹੈ, ਉਹ ਦਿਨ ਹੀ ਭਾਗਾਂ ਭਰਿਆ ਹੈ, ਉਹ ਦਿਨ ਹੀ ਆਸ਼ੀਰਵਾਦ ਵਾਲਾ ਆਪਾਂ ਆ ਸਕਦੇ।
ਨਾਨਕ ਸੋਈ ਦਿਵਸ ਸੁਹਾਵੜਾ, ਚਿਤ ਪ੍ਰਭ ਆਵੇ ਚਿਤ। ਕਹਿੰਦੇ ਜਦੋਂ ਆਪਾਂ ਉਸ ਮਾਲਕ ਨੂੰ ਯਾਦ ਕਰ ਲਈਏ, ਇਸ ਦਾ ਇਹ ਮਤਲਬ ਨਹੀਂ ਕਿ ਸਤਿਗੁਰੂ ਰਵਿਦਾਸ ਜੀ ਦਾ ਗੁਰਪੁਰਬ ਲੰਘ ਗਿਆ ਤੇ ਜੇ ਆਪਾਂ ਮਗਰੋਂ ਮੀਡੀਆ ਦੇ ਉੱਪਰ ਉਹ ਗੱਲ ਕਰ ਰਹੇ ਤੇ ਸ਼ਾਇਦ ਦੇਖੋ ਜੀ ਉਹਨਾਂ ਦੇ ਨਾਲ ਆਪਾਂ ਇਨਸਾਫ ਜਿਹੜਾ ਉਹ ਨਹੀਂ ਕਰ ਰਹੇ। ਬਾਣੀ ਆਪਣੇ ਇਸ ਵਹਿਮ ਕਹਿ ਲਓ, ਭਰਮ ਕਹਿ ਲਓ, ਸੰਕਲਪ ਕਹਿ ਲਓ, ਉਹ ਇਸ ਇਨਸਾਨ ਦੇ ਅੰਦਰੋਂ ਬਾਹਰ ਕੱਢ ਦੇਵੇਗੀ ਕਿ ਸਾਰੇ ਹੀ ਦਿਨ ਜਿਹੜੇ ਉਸ ਮਾਲਕ ਦੇ ਆਪਣੇ ਬਣਾਏ ਹੋਏ ਤੇ ਆਪਾਂ ਜਦੋਂ ਵੀ ਉਸ ਨੂੰ ਯਾਦ ਕਰ ਲਈਏ ਉਸ ਨੂੰ ਉਸ ਦਾ ਗੁਰਪੁਰਬ ਹੀ ਆਖਿਆ ਜਾ ਸਕਦਾ। ਜਿਤ ਦਿਨ ਵਿਸਰੇ ਪਾਰ ਬ੍ਰਹਮ, ਪਾਰ ਬ੍ਰਹਮ ਤੋਂ ਇੱਥੇ ਭਾਵ ਉਸ ਕੁੱਲ ਮਾਲਕ ਅਕਾਲ ਪੁਰਖ ਪਰਮਾਤਮਾ ਦੀ ਗੱਲ ਕਰ ਰਹੇ ਗੁਰੂ ਸਾਹਿਬਾਨ। ਕਹਿੰਦੇ ਉਹ ਘੜੀ ਜਦੋਂ ਉਹ ਪਰਮਾਤਮਾ ਵਿਸਰ ਜਾਂਦਾ, ਫਿੱਟ ਭਲੇਰੀ ਰੁੱਤ, ਕਹਿੰਦੇ ਉਹ ਰੁੱਤ ਕਹਿ ਲਓ, ਉਹ ਦਿਨ ਕਹਿ ਲਓ, ਉਹ ਦਿਵਸ ਕਹਿ ਲਓ। ਕਹਿੰਦੇ ਫਿੱਟ ਤੋਂ ਭਾਵ ਫਿਟਕਾਰ, ਲਾਹਨਤ। ਕਿਉਂ ਲਾਹਨਤ? ਇਸ ਕਰਕੇ ਲਾਹਨਤ ਕਿਉਂਕਿ ਉਹ ਸਮਾਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਜਿਹੜਾ ਉਸ ਨੂੰ ਵਿਅਰਥ ਗਵਾ ਦਿੱਤਾ, ਉਸ ਮਾਲਕ ਨੂੰ ਜਿਹੜਾ ਉਹ ਆਪਾਂ ਯਾਦ ਨਹੀਂ ਕੀਤਾ। ਹੁਣ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਕਿ ਇਹ ਜਿਹੜਾ ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਜਿਹੜਾ ਫਰਵਰੀ ਦੇ ਮਹੀਨੇ ਦੇ ਵਿੱਚ ਮਨਾਇਆ ਜਾਂਦਾ, ਕਿ ਇਸ ਦੇ ਨਾਲ ਉਹਨਾਂ ਦਾ ਕੋਈ ਜਿਸ ਤਰ੍ਹਾਂ ਆਪਾਂ ਸੰਬੰਧ ਆਖ ਸਕਦੇ। ਵੱਖਰੇ ਵੱਖਰੇ ਵਿਦਵਾਨਾਂ ਦੇ ਵੱਖਰੇ ਵੱਖਰੇ ਵਿਚਾਰ ਜਿਹੜੇ ਸਤਿਗੁਰੂ ਰਵਿਦਾਸ ਜੀ ਦੀ ਜ਼ਿੰਦਗੀ ਦੇ ਪ੍ਰਤੀ ਜਿਹੜੇ ਉਹ ਆਪਾਂ ਨੂੰ ਲਿਖੇ ਹੋਏ ਜਿਹੜੇ ਉਹ ਮਿਲਣਗੇ। ਜਾਂ ਆਪਾਂ ਇਹ ਗੱਲ ਆਖ ਲਈਏ ਕਿ ਸਤਿਗੁਰੂ ਰਵਿਦਾਸ ਜੀ ਨੇ ਆਪਣੇ ਹੱਥਾਂ ਦੇ ਨਾਲ ਜਾਂ ਉਹਨਾਂ ਦੇ ਕਿਸੇ ਬੜੇ ਨਜ਼ਦੀਕੀ ਜੋ ਉਸ ਸਮੇਂ ਦੇ ਵਿੱਚ ਹਾਜ਼ਰ ਸਨ, ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਲਿਖੀ ਕਿ ਜਿਸ ਦੇ ਵਿੱਚ ਉਹਨਾਂ ਦੀ ਜਿਹੜੀ ਜਨਮ ਤਰੀਕ ਆ ਨਾ ਉਸ ਦੇ ਪ੍ਰਤੀ ਸਪਸ਼ਟੀਕਰਨ ਜਿਹੜਾ ਆਪਾਂ ਨੂੰ ਜਿਹੜਾ ਉਹ ਮਿਲ ਸਕੇ। ਸਰਦਾਰ ਹਰਨਾਮ ਸਿੰਘ ਜੀ ਲਾਖਾ ਨੇ ਆਪਣੀ ਬੁੱਕ ਲਿਖੀ ਇੱਕ ਗੁਰੂ ਰਵਿਦਾਸ ਦਰਸ਼ਨ, ਉਸ ਦੇ ਅੰਦਰ ਉਹਨਾਂ ਨੇ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਕਿ ਮਹਾਤਮਾ ਰਾਮਚਰਨ ਕੌਰੀਲ ਇਹਨਾਂ ਦੇ ਸਮੇਂ ਦੇ ਵਿੱਚ ਹੋਏ। ਹਾਲੇ ਕਿ ਗੁਰੂ ਸਾਹਿਬਾਨ ਨੇ ਕਿਤੇ ਜ਼ਿਕਰ ਨਹੀਂ ਕੀਤਾ, ਉਹਨਾਂ ਦੇ ਕਿਸੇ ਨਜ਼ਦੀਕੀ ਸੰਗੀ ਜਾਂ ਸਾਥੀ ਨੇ ਜ਼ਿਕਰ ਨਹੀਂ ਕੀਤਾ, ਲੇਕਿਨ ਮਹਾਤਮਾ ਰਾਮਚਰਨ ਕੌਰੀਲ ਦੀ ਪਾਈ 10 ਦੇ ਅਨੁਸਾਰ ਆ ਜਿਹੜਾ ਉਹਨਾਂ ਦਾ ਆਪਾਂ ਗੁਰਪੁਰਬ ਮਨਾਉਂਦੇ ਆ ਨਾ, ਉਹ ਮਿਥ ਲਿਆ ਗਿਆ, ਮੰਨ ਲਿਆ ਗਿਆ ਕਿ ਵੀ ਮਾਘ ਮਹੀਨੇ ਦੀ ਪੂਰਨਮਾਸ਼ੀ ਐਤਵਾਰ ਸੰਮਤ 1470 ਬਿਕਰਮੀ ਜਿਹੜੀ ਕਿ 4 ਫਰਵਰੀ 1414 ਜਿਹੜੀ ਉਹ ਬਣਦੀ। ਇਸੇ ਤਰ੍ਹਾਂ ਗੁਰਬਾਣੀ ਦੇ ਅੰਦਰ ਕੁਝ ਇਹੋ ਜਿਹੇ ਹੋਰ ਆਪਾਂ ਨੂੰ ਤੱਤ ਵੀ ਜਿਹੜੇ ਉਹ ਮਿਲਣਗੇ। ਜਿਸ ਤਰ੍ਹਾਂ ਆਪਾਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਲ ਕਰ ਲਈਏ, ਉਹਨਾਂ ਦੀ ਜਨਮ ਤਰੀਕ ਦੇ ਸੰਬੰਧ ਦੇ ਵਿੱਚ ਵੀ ਵਿਦਵਾਨਾਂ ਦੇ ਅੰਦਰ ਮਤਭੇਦ ਜਿਹੜਾ ਉਹ ਆਖਿਆ ਜਾ ਸਕਦਾ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਜਨਮ ਤਰੀਕ ਬਾਰੇ ਅੱਜ ਤੱਕ ਕਿਸੇ ਨੇ ਕੋਈ ਸਪਸ਼ਟੀਕਰਨ ਜਿਹੜਾ ਉਹ ਨਹੀਂ ਦਿੱਤਾ। ਤੇ ਜੀਸਸ ਦੀ ਆਪਾਂ ਗੱਲ ਕਰਦੇ ਜਿਹੜਾ 25 ਦਸੰਬਰ ਨੂੰ ਕ੍ਰਿਸਮਸ ਦਾ ਆਪਾਂ ਦਿਨ ਮਨਾਉਂਦੇ ਆ ਨਾ, ਉਸ ਦੇ ਪ੍ਰਤੀ ਵੀ ਵਾਦ ਵਿਵਾਦ ਦੀ ਗੱਲ ਆਪਾਂ ਜਿਹੜੀ ਉਹ ਆਖ ਸਕਦੇ। ਆਪਣਾ ਮਕਸਦ ਇਸ ਚੀਜ਼ ਨਾਲ ਨਹੀਂ, ਆਪਣਾ ਮਕਸਦ ਇਸ ਚੀਜ਼ ਨਾਲ ਆ ਕਿ ਵੀ ਉਹ ਦੁਨੀਆ ਦੇ ਅੰਦਰ ਆਏ ਤੇ ਉਹਨਾਂ ਨੇ ਇਸ ਦੁਨੀਆ ਦੇ ਅੰਦਰ ਆ ਕੇ ਜਿਹੜਾ ਉਹ ਆਪਾਂ ਨੂੰ ਕੀ ਦੱਸਿਆ। ਗੁਰਬਾਣੀ ਕੀ ਇਸ਼ਾਰਾ ਕਰਦੀ, ਮੈਂ ਦੂਰੋਂ ਆਇਆ ਚੱਲ ਕੇ ਹੋ ਤੱਕੀ, ਮੈਂ ਆਇਆ ਦੂਰੋਂ ਚੱਲ ਕੇ ਹੋ ਤੱਕੀ ਜਿਉਂ ਸਰਨਾਈ ਜਿਉ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਦੂਰੋਂ ਚੱਲ ਕੇ ਆਇਆ, ਭਾਵ 84 ਲੱਖ ਜੂਨਾਂ ਦੀ ਗੱਲ ਜਿਹੜੀ ਉਹ ਬਾਣੀ ਕਰ ਰਹੀ।
ਕਿ ਵੀ 84 ਲੱਖ ਜੂਨਾਂ ਤੋਂ ਬਾਅਦ ਇਸ ਇਨਸਾਨ ਨੂੰ ਇਨਸਾਨ ਦਾ ਜਾਮਾ ਜਿਹੜਾ ਉਹ ਮਿਲਿਆ। ਕਿਸ ਵਾਸਤੇ ਮਿਲਿਆ? ਉਸ ਮਾਲਕ ਦੀ ਬੰਦਗੀ ਕਹਿ ਲਓ, ਉਸ ਮਾਲਕ ਦੀ ਭਗਤੀ ਕਹਿ ਲਓ, ਉਸ ਮਾਲਕ ਦੀ ਪੂਜਾ ਕਹਿ ਲਓ, ਜਿਸ ਨੂੰ ਕਰਨ ਦੇ ਨਾਲ ਇਹ ਇਨਸਾਨ ਉਸ ਮਾਲਕ ਦੇ ਨਾਲ ਜਿਹੜਾ ਉਹ ਮਿਲ ਸਕਦਾ। ਲੇਕਿਨ ਕਈ ਵਾਰੀ ਆਪਾਂ ਨੂੰ ਇਹੋ ਜਿਹੇ ਇਨਸਾਨ ਮਿਲ ਜਾਂਦੇ ਜਿਹੜੇ ਕਹਿੰਦੇ ਜੀ 84 ਲੱਖ ਦੀ ਜਿਹੜੀ ਜੂਨ ਆ ਉਹ ਇਸ ਚੀਜ਼ ਦੇ ਵਿੱਚ ਜਿਹੜਾ ਉਹ ਬਲੀਵ ਨਹੀਂ ਕਰਦੇ। ਆਪਣਾ ਮਕਸਦ ਉਹਨਾਂ ਨੂੰ ਬਲੀਵ ਕਰਾਉਣਾ ਨਹੀਂ। ਲੇਕਿਨ ਆਪਾਂ ਗੁਰਬਾਣੀ ਦੀ ਗੱਲ ਜ਼ਰੂਰ ਕਰ ਸਕਦੇ ਹਾਂ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਲੱਖ ਕੋਈ 4-5 ਪ੍ਰਮਾਣ ਜਿਹੜੇ ਗੁਰਬਾਣੀ ਦੇ ਅੰਦਰ ਇਸ 84 ਲੱਖ ਜੂਨਾਂ ਦੇ ਪ੍ਰਤੀ ਆਪਾਂ ਨੂੰ ਮਿਲਣਗੇ। ਲੱਖ 84 ਜੂਨ ਸਭਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁਕੇ, ਸੋ ਆਏ ਜਾਏ ਦੁੱਖ ਪਾਏ ਦਾ। ਗੁਰੂ ਘਰ ਨੇ ਆਪਣੀ ਬਾਣੀ ਦੇ ਅੰਦਰ ਫਰਮਾਇਆ ਕਿ ਬਈ ਇਹ 84 ਲੱਖ ਜੂਨਾਂ ਦੀ ਆਪਾਂ ਗੱਲ ਕਰ ਲਈਏ। ਇੱਕ ਇਹੋ ਜਿਹੀ ਪੌੜੀ ਜਿਸ ਦੇ 84 ਲੱਖ ਆਪਾਂ ਸਟੈਪ ਕਹਿ ਲਈਏ। ਕਹਿੰਦੇ ਐਸਤਾ ਇਹ ਇਨਸਾਨ ਵੱਖਰੀਆਂ ਵੱਖਰੀਆਂ ਜੂਨਾਂ ਚੋਂ ਅਖੀਰਲੀ ਜੂਨ ਜਿਹੜੀ ਉਹ ਇਨਸਾਨ ਦੀ, ਤੇ ਫਿਰ ਵੀ ਜੇਕਰ ਇਹ ਇਨਸਾਨ ਕੋਸ਼ਿਸ਼ ਕਰੇ ਨਾ ਤੇ ਉਸ ਮਾਲਕ ਨਾਲ ਉਥੋਂ ਮਿਲਾਪ ਜਿਹੜਾ ਇਸ ਦਾ ਹੋ ਸਕਦਾ। ਨਹੀਂ ਕਰੇਗਾ, ਪੈਰ ਫਿਸਲ ਗਿਆ, ਫਿਰ ਕਹਿੰਦੇ ਦੁਬਾਰਾ ਇਸ ਨੂੰ ਉਸ 84 ਦੇ ਚੱਕਰ ਦੇ ਵਿੱਚ ਜਿਹੜਾ ਉਹ ਆਉਣਾ ਪਵੇਗਾ। ਇਸ ਕਰਕੇ ਮਹਾਤਮਾ ਇਸ ਸੰਸਾਰ ਦੇ ਅੰਦਰ ਆ ਕੇ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਯਾਦ ਕਰਾਉਂਦੇ। ਕੀ ਫਰਮਾਇਆ ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ, ਜਿਸ ਤਰ੍ਹਾਂ ਭੈਣ ਜੀ ਇਸ਼ਾਰਾ ਦੇ ਗਏ, ਦੁਰਲਭ ਜਨਮ ਪੁੰਨ ਫਲ ਪਾਏ ਉਹ, ਬਿਰਥਾ ਜਾਤ ਅਬ ਬੇਕੇ ਤੋਂ ਭਾਵ ਵਿਚਾਰ ਤੋਂ ਰਹਿਤ, ਉਸਨੂੰ ਅਬਵੇਕ ਕਹਿੰਦੇ। ਬਿਰਥਾ ਜਾਤ ਅਬ ਬੇਕੇ, ਰਾਜੇ ਇੰਦਰ ਸਮਸਰ ਗ੍ਰਹਿ ਆਸਣ। ਬੜੀ ਵੱਡੀ ਚੀਜ਼ ਸਤਿਗੁਰੂ ਜੀ ਨੇ ਲਿਖੀ। ਕਹਿੰਦੇ ਰਾਜੇ ਇੰਦਰ ਸਮਸਰ ਗ੍ਰਹਿ ਆਸਣ, ਸਮਸਰ ਤੋਂ ਭਾਵ ਉਹਨਾਂ ਦੇ ਬਰਾਬਰ। ਜਿਸ ਤਰ੍ਹਾਂ ਆਪਾਂ ਇਹ ਗੱਲ ਕਹਿ ਲਈਏ ਨਾ ਕਿ ਵੀ ਇੰਦਰ ਆਪਣੇ ਸਿੰਘਾਸਣ ਤੇ ਬੈਠਾ ਤੇ ਇੱਕ ਇਨਸਾਨ ਨੂੰ ਇਹੋ ਜਿਹੀ ਅਵਸਥਾ ਪ੍ਰਾਪਤ ਹੋ ਜਾਏ, ਉਹ ਵੀ ਉਸ ਦੇ ਸਿੰਘਾਸਣ ਦੇ ਜਿਹੜਾ ਉਹ ਬਰਾਬਰ ਬੈਠ ਜਾਏ, ਉਸ ਨੂੰ ਸਮਸਰ ਕਹਿੰਦੇ। ਸਤਿਗੁਰੂ ਰਵਿਦਾਸ ਜੀ ਦੇ ਦੱਸਣ ਦੇ ਅਨੁਸਾਰ ਇੱਕ ਇਨਸਾਨ ਨੂੰ ਇਸ ਦੁਨੀਆ ਦੇ ਅੰਦਰ ਆ ਕੇ ਹਰੇਕ ਚੀਜ਼ ਜਿਹੜੀ ਉਹ ਪ੍ਰਾਪਤ ਹੋ ਗਈ। ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਅਗਲੀ ਅੱਧੀ ਕੜੀ 'ਚ ਕੀ ਫਰਮਾਇਆ? ਕਹਿੰਦੇ ਬਿਨ ਹਰ ਭਗਤ ਕਹੋ ਕੇ ਲੇਖੇ। ਕਹਿੰਦੇ ਜੇਕਰ ਉਸ ਮਾਲਕ ਦੀ ਭਗਤੀ ਨਹੀਂ ਕੀਤੀ, ਉਸ ਮਾਲਕ ਦੀ ਬੰਦਗੀ ਨਹੀਂ ਕੀਤੀ, ਤੇ ਫਿਰ ਕਹਿੰਦੇ ਬਈ ਇਹ ਇਨਸਾਨ ਇਸ ਦੁਨੀਆ ਦੇ ਅੰਦਰ ਕਿਸ ਮਕਸਦ ਵਾਸਤੇ ਜਿਹੜਾ ਉਹ ਆਇਆ। ਇਹ ਦੁਨੀਆ ਜਦੋਂ ਦੀ ਬਣੀ ਉਸ ਸਮੇਂ ਤੋਂ ਲੈ ਕੇ ਮਹਾਤਮਾ ਮਾਲਕ ਦੇ ਪਿਆਰੇ ਕਹਿ ਲਓ, ਸੰਤ ਸਤਿਗੁਰੂ ਕਹਿ ਲਓ, ਜਾਂ ਕਿਸੇ ਹੋਰ ਲਫ਼ਜ਼ ਨਾਲ ਆਪਾਂ ਉਹਨਾਂ ਨੂੰ ਯਾਦ ਕਰ ਲਈਏ, ਉਹ ਆਪਾਂ ਨੂੰ ਇਸ ਦੁਨੀਆ ਦੇ ਅੰਦਰ ਆ ਕੇ ਸਿਰਫ ਇਸ ਇਨਸਾਨੀ ਜਾਮੇ ਦੀ ਗੱਲ ਜਿਹੜੀ ਉਹ ਉਸ ਦੇ ਪ੍ਰਤੀ ਜਿਹੜਾ ਉਹ ਚੇਤਾ ਕਰਾ ਰਿਹਾ ਹੈ। ਹੁਣ ਜੇਕਰ ਆਪਾਂ ਭਗਵਾਨ ਵਾਲਮੀਕ ਜੀ ਜਿਹੜੇ ਤ੍ਰੇਤਾ ਯੁੱਗ ਦੇ ਅੰਦਰ ਇਸ ਦੁਨੀਆ ਦੇ ਅੰਦਰ ਆਏ, ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਇਸ ਮਨੁੱਖੀ ਜਾਮੇ ਦੀ ਗੱਲ ਕੀਤੀ, ਆਪਣੀ ਬਾਣੀ ਦੇ ਅੰਦਰ ਭਗਵਾਨ ਵਾਲਮੀਕ ਜੀ ਨੇ ਲਫ਼ਜ਼ਾਂ ਦਾ ਫਰਕ ਤੇ ਹੋ ਸਕਦਾ, ਲੇਕਿਨ ਇਸ ਇਨਸਾਨੀ ਜਾਮੇ ਦੀ ਗੱਲ ਕਰਦੇ ਹੋਏ ਉਹਨਾਂ ਨੇ ਬਿਲਕੁਲ ਇਸੇ ਚੀਜ਼ ਦੇ ਪ੍ਰਤੀ ਇਸ ਇਨਸਾਨ ਨੂੰ ਜਿਹੜਾ ਉਹ ਚੇਤਾ ਕਰਾਇਆ ਕਿ ਵੀ ਇਨਸਾਨ ਦਾ ਜਿਹੜਾ ਜਾਮਾ ਇਹ ਬੜਾ ਕੀਮਤੀ ਤੇ ਸਵਾਸਾਂ ਦੀ ਇੱਕ ਪੂੰਜੀ, ਇਹੋ ਜਿਹੀ ਪੂੰਜੀ ਆ ਜਿਹੜੀ ਉਸ ਮਾਲਕ ਨੇ ਬਖਸ਼ੀ ਆ ਨਾ, ਤੇ ਫਿਰ ਆਪਾਂ ਉਸ ਦੇ ਵਿੱਚ ਦੁਨੀਆ ਦੀ ਕੋਈ ਤਾਕਤ ਜਿਹੜੀ ਉਹ ਵਾਧਾ ਨਹੀਂ ਕਰ ਸਕਦੀ। ਕਿਤੇ ਕਿਤੇ ਮਹਾਤਮਾ ਨੇ ਉਸ ਚੀਜ਼ ਨੂੰ ਸਮਝਾਉਣ ਦੇ ਲਈ ਆਪਾਂ ਨੂੰ ਚੇਤਾ ਕਰਾਇਆ ਕਿ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਬੈਂਕਾਂ ਦੇ ਅੰਦਰ ਆਪਣੇ ਅਕਾਊਂਟ ਆ, ਆਪਾਂ ਕੀ ਕਰਦੇ,
ਆਪਣੀ ਸਮਰੱਥਾ ਦੇ ਅਨੁਸਾਰ, ਆਪਣੀ ਪੌਕਟ ਦੇ ਅਨੁਸਾਰ ਆਪਾਂ ਕਹਿ ਲਈਏ ਉਸ ਅਕਾਊਂਟ ਦੇ ਵਿੱਚ ਆਪਾਂ ਪੈਸੇ ਜਿਹੜੇ ਉਹ ਜਮ੍ਹਾਂ ਕਰਾ ਸਕਦੇ, ਤੇ ਲੋੜ ਪੈਣ ਤੇ ਆਪਾਂ ਉਸ ਅਕਾਊਂਟ ਦੇ ਵਿੱਚੋਂ ਪੈਸੇ ਜਿਹੜੇ ਉਹ ਕਢਾ ਸਕਦੇ। ਲੇਕਿਨ ਮਹਾਤਮਾ ਆਪਾਂ ਨੂੰ ਇਸ ਚੀਜ਼ ਬਾਰੇ ਚੇਤਾ ਕਰਾਉਂਦੇ ਕਿ ਬਈ ਇਹ ਜਿਹੜਾ ਅਕਾਊਂਟ ਆ ਨਾ ਸਵਾਸਾਂ ਦਾ, ਇਸ ਅਕਾਊਂਟ ਦੇ ਵਿੱਚ ਹੋਰ ਸਵਾਸ ਜਿਹੜੇ ਉਹ ਜਮ੍ਹਾਂ ਜਿਹੜੇ ਉਹ ਨਹੀਂ ਕੀਤੇ ਜਾ ਸਕਦੇ। ਇਸ ਕਰਕੇ ਮਹਾਤਮਾ ਆਪਾਂ ਨੂੰ ਚੇਤਾ ਕਰਾਉਂਦੇ ਕਿ ਵੀ ਆਪਾਂ ਨੂੰ ਇਹਨਾਂ ਸਵਾਸ ਜਿਹੜੇ ਮਨੁੱਖੀ ਜਨਮ ਜਿਹੜਾ ਮਿਲਿਆ, ਇਸ ਦੇ ਪ੍ਰਤੀ ਆਪਾਂ ਨੂੰ ਸੋਚ ਵਿਚਾਰ ਜਿਹੜੀ ਉਹ ਕਰਨੀ ਪਵੇਗੀ। ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਬਿਲਕੁਲ ਇਸੇ ਚੀਜ਼ ਦੇ ਪ੍ਰਤੀ ਕੀ ਫਰਮਾਇਆ, ਕਹਿੰਦੇ ਜੋ ਮਨੁੱਖ ਲਫ਼ਜ਼ ਵਰਤਿਆ ਭਗਵਾਨ ਵਾਲਮੀਕ ਜੀ ਨੇ, ਜੋ ਬਾਣੀ ਦੀ ਇਹ ਵਿਸ਼ੇਸ਼ਤਾ ਕਹਿ ਲਈਏ, ਖਾਸੀਅਤ ਕਹਿ ਲਈਏ, ਵਡਿਆਈ ਕਹਿ ਲਈਏ, ਇਸ ਚੀਜ਼ ਵਿੱਚ ਆ ਕਿ ਜੇਕਰ ਉਸ ਮਾਲਕ ਦੀ ਦਇਆ ਮੇਰੇ ਨਾਲ ਇਸ ਦੀ ਸਮਝ ਹੋਣੀ ਸ਼ੁਰੂ ਹੋ ਜਾਵੇ ਤਾਂ, ਤੇ ਫਿਰ ਆ ਜਿਹੜੇ ਦੁਨੀਆ ਦੇ ਕੰਮ ਆ ਨਾ, ਆਪਾਂ ਕਹਿ ਲਈਏ ਦੀਵਾਰਾਂ ਦੀ ਆਪਾਂ ਗੱਲ ਕਰ ਰਹੇ, ਉਹ ਇਨਸਾਨ ਉਹਨਾਂ ਦੀਵਾਰਾਂ ਤੋਂ ਬਾਹਰ ਝਾਕਣ ਦੀ ਜਿਹੜੀ ਫਿਰ ਉਹ ਹਿੰਮਤ ਕਰੇਗਾ। ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ, ਕਹਿੰਦੇ ਜੋ ਮਨੁੱਖ, ਹੁਣ ਜੋ ਮਨੁੱਖ ਦੇ ਅੰਦਰ ਹਿੰਦੂ ਹੋ ਸਕਦਾ, ਸਿੱਖ ਹੋ ਸਕਦਾ, ਮੁਸਲਮਾਨ ਹੋ ਸਕਦਾ, ਇਸਤਰੀ ਹੋ ਸਕਦੀ, ਪੁਰਸ਼ ਹੋ ਸਕਦਾ, ਇਹ ਨਹੀਂ ਭਗਵਾਨ ਵਾਲਮੀਕ ਜੀ ਨੇ ਲਿਖਿਆ ਕਿ ਵੀ ਉਹਨਾਂ ਦੀ ਬਾਣੀ ਸਿਰਫ ਭਗਵਾਨ ਵਾਲਮੀਕ ਜੀ ਨੂੰ ਮੰਨਣ ਵਾਲਿਆਂ ਵਾਸਤੇ ਹੀ ਹੈ। ਜਾਂ ਸਤਿਗੁਰੂ ਰਵਿਦਾਸ ਜੀ ਨੇ ਕਿਤੇ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੀ ਬਾਣੀ ਸਿਰਫ ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਵਾਸਤੇ। ਜਾਂ ਗੁਰੂ ਸਾਹਿਬਾਨ ਨੇ ਕਿਤੇ ਆਪਣੀ ਬਾਣੀ ਅੰਦਰ ਇਹ ਜ਼ਿਕਰ ਨਹੀਂ ਕੀਤਾ ਕਿ ਜਿਹੜੇ ਅੱਜ ਉਹਨਾਂ ਦੀ ਬਾਣੀ ਦੇ ਉੱਪਰ ਕਲੇਮ ਕਰ ਰਿਹਾ, ਸਿਰਫ ਉਹ ਬਾਣੀ ਜਿਹੜੀ ਉਹਨਾਂ ਵਾਸਤੇ। ਇਸ ਕਰਕੇ ਇਹ ਬਾਣੀ ਦੀ ਵਡਿਆਈ ਕੀ ਫਰਮਾਇਆ ਭਗਵਾਨ ਵਾਲਮੀਕ ਜੀ ਨੇ, ਕਹਿੰਦੇ ਜੋ ਮਨੁੱਖ ਆਤਮ ਵਿਚਾਰ ਤੋਂ ਰਹਿਤ ਹੈ, ਉਸ ਦਾ ਜੀਵਨ ਜਿਹੜਾ ਉਹ ਵਿਅਰਥ ਆ। ਸਤਿਗੁਰੂ ਰਵਿਦਾਸ ਜੀ ਨੇ ਕੀ ਆਖਿਆ, ਕਹਿੰਦੇ ਜੀ ਕਿ ਅਬ ਬੇਕੇ ਵਿਚਾਰ ਤੋਂ ਰਹਿਤ ਜਿਹੜਾ ਜੀਵਨ, ਕਹਿੰਦੇ ਚਾਹੇ ਇੰਦਰ ਦੇ ਬਰਾਬਰ ਤੁਹਾਨੂੰ ਉਹ ਪਦਵੀ ਮਿਲ ਜਾਵੇ, ਲੇਕਿਨ ਮਾਲਕ ਦੀ ਭਗਤੀ ਨਹੀਂ ਕੀਤੀ ਤੇ ਫਿਰ ਕਹਿੰਦੇ ਜੀ ਉਹ ਵਿਅਰਥ ਚਲਾ ਗਿਆ। ਭਗਵਾਨ ਵਾਲਮੀਕ ਜੀ ਨੇ ਬਿਲਕੁਲ ਉਸੇ ਚੀਜ਼ ਨੂੰ ਸਾਡੇ ਸਾਹਮਣੇ ਲੈ ਕੇ ਆਂਦਾ। ਕੀ ਫਰਮਾਇਆ, ਜੋ ਮਨੁੱਖ ਆਤਮ ਵਿਚਾਰ ਤੋਂ ਰਹਿਤ ਹੈ। ਆਪਾਂ ਵਿਚਾਰ ਕਰਾਂਗੇ, ਆਤਮ ਵਿਚਾਰ ਦੀ ਗੱਲ ਭਗਵਾਨ ਵਾਲਮੀਕ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ। ਆਤਮ ਵਿਚਾਰ, ਉਸ ਆਤਮਾ ਬਾਰੇ ਵਿਚਾਰ ਕਰਨੀ, ਇਸ ਨੂੰ ਆਤਮ ਵਿਚਾਰ ਕਹਿੰਦੇ ਕਿ ਬਈ ਮੌਤ ਤੋਂ ਬਾਅਦ ਜਿਹੜੀ ਇਸ ਇਨਸਾਨ ਦੀ ਆਤਮਾ ਜਿਹੜੀ ਉਹ ਕਿੱਥੇ ਜਾਵੇਗੀ, ਇਸ ਨੂੰ ਭਗਵਾਨ ਵਾਲਮੀਕ ਜੀ ਨੇ ਆਤਮ ਵਿਚਾਰ ਕਹਿ ਕੇ ਬਿਆਨ ਕੀਤਾ। ਆਪਾਂ ਬਾਹਰਲੀ ਉਦਾਹਰਨ ਲੈ ਕੇ ਦੇਖ ਸਕਦੇ, ਇਨਸਾਨ ਦੇ ਜਨਮ ਦੀਆਂ ਆਪਾਂ ਦੋ ਸਟੇਜਸ ਬਣਾ ਸਕਦੇ। ਇੱਕ ਇਨਸਾਨ, ਇਸ ਇਨਸਾਨ ਦੇ ਤਨ ਦਾ ਸਫ਼ਰ ਜਿਸ ਨੂੰ ਆਪਾਂ ਕਹਿ ਲਈਏ, ਸਰੀਰ ਦਾ ਸਫ਼ਰ ਆਪਾਂ ਕਹਿ ਲਈਏ। ਇੱਕ ਇਨਸਾਨ ਨੇ ਜਨਮ ਲਿਆ, ਬਚਪਨ ਆਇਆ, ਜਵਾਨੀ ਆਈ, ਬੁਢਾਪਾ ਆਇਆ ਤੇ ਅਖੀਰ ਦੇ ਸਮੇਂ ਤੇ ਇਹ ਇਨਸਾਨ ਜਿਹੜਾ ਸ਼ਮਸ਼ਾਨ ਘਾਟ ਤੇ ਪਹੁੰਚ ਗਿਆ। ਇਸ ਨੂੰ ਕਹਿੰਦੇ ਇਸ ਇਨਸਾਨ ਦੇ ਤਨ ਦਾ ਸਫ਼ਰ ਆਪਣੇ ਆਪ ਚੱਲੇਗਾ। ਉਮਰ ਦੇ ਹਿਸਾਬ ਨਾਲ ਆਪਾਂ ਕਹਿ ਲਈਏ, ਸਮੇਂ ਦੇ ਅਨੁਸਾਰ ਇਸ ਇਨਸਾਨ ਦੇ ਵਿੱਚ ਬੁਢਾਪਾ ਤੇ ਅਖੀਰਲੇ ਸਮੇਂ ਤੇ ਆਪਾਂ ਨੂੰ ਪਤਾ ਇਸ ਨੇ ਸ਼ਮਸ਼ਾਨ ਘਾਟ ਤੇ ਪਹੁੰਚ ਜਾਣਾ। ਕੋਈ ਜਿਹੜੀ ਇਸ ਦੇ ਵਿੱਚ ਤਬਦੀਲੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਦੂਸਰਾ ਸਫ਼ਰ ਜਿਹੜਾ ਉਹ ਇਸ ਇਨਸਾਨ ਦੀ ਆਤਮਾ ਜਿਹੜੀ ਉਸ ਦਾ ਸਫ਼ਰ ਜਿਹੜਾ ਉਹ ਆਖਿਆ ਜਾ ਸਕਦਾ। ਇਸ ਕਰਕੇ ਮਹਾਤਮਾ ਆਪਾਂ ਨੂੰ ਉਸ ਚੀਜ਼ ਦੇ ਪ੍ਰਤੀ ਜਿਹੜਾ ਉਹ ਇਸ਼ਾਰਾ ਕਰਦੇ ਕਿ ਬਈ ਜਿੱਥੇ ਇਸ ਇਨਸਾਨ ਦੀ ਜਿਹੜੀ ਆਤਮਾ ਨਾ, ਉਸਨੇ ਮੌਤ ਤੋਂ ਬਾਅਦ ਕਿੱਥੇ ਜਾਣਾ, ਕਹਿੰਦੇ ਉਸ ਦੇ ਪ੍ਰਤੀ ਆਪਾਂ ਨੂੰ ਸੋਚਣਾ ਪਵੇਗਾ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਉਸ ਆਤਮ ਵਿਚਾਰ ਦੀ ਜਿਹੜੀ ਉਹ ਗੱਲ ਕੀਤੀ। ਇਸ ਨੂੰ ਆਪਾਂ ਥੋੜਾ ਜਿਹਾ ਹੋਰ ਸਪਸ਼ਟ ਕਰਾਂਗੇ। ਜਿਸ ਤਰ੍ਹਾਂ ਆਪਾਂ ਕਹਿ ਲਈਏ ਕਿ ਬਈ ਬਾਕੀ ਜੂਨਾਂ ਜਿਹੜੀਆਂ ਉਹਨਾਂ ਨੂੰ ਮਹਾਤਮਾ ਨੇ ਭੋਗ ਜੂਨੀ ਕਹਿ ਕੇ ਬਿਆਨ ਕੀਤਾ, ਉਹ ਸਿਰਫ ਇੱਥੇ ਭੁਗਤਾਨ ਕਰਨ ਵਾਸਤੇ, ਆਪਾਂ ਕਹਿ ਲਈਏ ਕਿ ਭੁਗਤਾਨ ਕਰਨ ਵਾਸਤੇ ਆਈਆਂ, ਭਾਵ ਭੋਗਣ ਵਾਸਤੇ ਆਈਆਂ। ਲੇਕਿਨ ਇਨਸਾਨ ਨੂੰ ਉਸ ਮਾਲਕ ਦੇ ਪਿਆਰਿਆਂ ਨੇ ਕਰਮ ਜੂਨੀ ਕਹਿ ਕੇ ਬਿਆਨ ਕੀਤਾ ਕਿ ਇਹ ਇਨਸਾਨ ਆਪਣੀ ਜ਼ਿੰਦਗੀ ਦੇ ਅੰਦਰ
ਇਹੋ ਜਿਹੇ ਕਰਮ ਜਿਹੜੇ ਉਹ ਕਰ ਸਕਦਾ ਕਿ ਬਈ ਉਸ ਮਾਲਕ ਨਾਲ ਮਿਲਾਪ ਵੀ ਕਰ ਸਕਦਾ ਅਤੇ ਜਿੱਥੇ ਇਹ ਖੜਾ ਆ ਨਾ ਉਸ ਤੋਂ ਥੱਲੇ ਵੀ ਆ ਸਕਦਾ। ਆਪਾਂ ਆਖ ਸਕਦੇ ਇੱਕ ਇਨਸਾਨ ਜਿਹੜਾ ਰਾਉਂਡ ਅਬਾਊਟ ਦੇ ਉੱਪਰ ਜਿਹੜਾ ਉਹ ਖੜਾ, ਚੋਇਸ ਇਸ ਦੀ ਕਿ ਇਹ ਇਨਸਾਨ ਉੱਥੋਂ ਰਾਉਂਡ ਅਬਾਊਟ ਤੋਂ ਸੱਜੇ ਜਾ ਸਕਦਾ, ਖੱਬੇ ਜਾ ਸਕਦਾ, ਅੱਗੇ ਵੀ ਜਾ ਸਕਦਾ ਅਤੇ ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹ ਇਨਸਾਨ ਜਿਹੜਾ ਉਹ ਪਿੱਛੇ ਵੀ ਆ ਸਕਦਾ। ਇਸ ਕਰਕੇ ਹਰੇਕ ਮਹਾਤਮਾ ਨੇ ਉਸ ਆਤਮ ਮਾਰਗ ਦੀ ਗੱਲ ਕੀਤੀ, ਉਸ ਰਸਤੇ ਦੀ ਗੱਲ ਕੀਤੀ। ਸਤਿਗੁਰੂ ਰਵਿਦਾਸ ਜੀ ਨੇ ਉਸ ਰਸਤੇ ਦੇ ਪ੍ਰਤੀ ਆਪਣੀ ਬਾਣੀ ਦੇ ਅੰਦਰ ਜਿਹੜਾ ਉਹ ਜ਼ਿਕਰ ਕੀਤਾ ਜੀ। ਕੀ ਫਰਮਾਇਆ? ਕਹਿੰਦੇ ਜਨਮ ਸਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦਹਿ ਦਿਸ ਅੰਧਿਆਰਾ। ਕਹਿੰਦੇ ਸਰਾਨੋਂ ਤੋਂ ਭਾਵ ਬੀਤਦਾ ਜਾ ਰਿਹਾ, ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਬਿਆਨ ਕੀਤਾ, ਸਤਿਗੁਰੂ ਰਵਿਦਾਸ ਜੀ ਆਪਣੀ ਬਾਣੀ ਦੇ ਅੰਦਰ ਬਿਆਨ ਕਰ ਰਹੇ। ਕਹਿੰਦੇ ਜਨਮ ਸਰਾਨੋਂ ਪੰਥ ਨਾ ਸਵਾਰਾ, ਪੰਥ ਕਹਿੰਦੇ ਰਸਤੇ ਨੂੰ ਜਿੱਥੋਂ ਦੀ ਇਸ ਇਨਸਾਨ ਦੀ ਆਤਮਾ ਨੇ ਜਾਣਾ, ਸਤਿਗੁਰੂ ਰਵਿਦਾਸ ਜੀ ਉਸ ਰਸਤੇ ਦੀ ਗੱਲ ਕਰ ਰਹੇ। ਸਾਂਝ ਭਰੀ ਦਹਿ ਦਿਸ ਅੰਧਿਆਰਾ, ਸਾਂਝ ਭਰੀ ਕਹਿੰਦੇ ਸ਼ਾਮਾਂ ਪੈ ਗਈਆਂ, ਜ਼ਿੰਦਗੀ ਦਾ ਅਖੀਰਲਾ ਸਮਾਂ ਆ ਗਿਆ, ਬੁਢਾਪਾ ਆ ਗਿਆ। ਸਾਂਝ ਭਰੀ ਦਹਿ ਦਿਸ ਅੰਧਿਆਰਾ, ਦਹਿ ਦਿਸ ਕਹਿੰਦੇ ਦਸਾਂ ਦਿਸ਼ਾਵਾਂ ਦੇ ਵਿੱਚ ਜਿਹੜਾ ਉਹ ਅੰਧੇਰਾ ਛਾ ਗਿਆ। ਕਹੇ ਰਵਿਦਾਸ ਨਿਦਾਨ ਦਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਸਤਿਗੁਰੂ ਰਵਿਦਾਸ ਜੀ ਕਹਿੰਦੇ ਨਿਦਾਨ ਦੀਵਾਨੇ, ਨਿਦਾਨ ਕਹਿੰਦੇ ਜਿਸ ਨੂੰ ਪਤਾ ਨਹੀਂ, ਦੀਵਾਨਾ ਕਹਿੰਦੇ ਪਾਗਲ। ਕਿਤੇ ਕਿਤੇ ਮਹਾਤਮਾ ਨੇ ਸਾਡੇ ਲੈਵਲ ਤੇ ਆ ਕੇ ਗੱਲ ਕੀਤੀ। ਸਤਿਗੁਰੂ ਰਵਿਦਾਸ ਜੀ ਇਸ ਇਨਸਾਨ ਦੀ ਜ਼ਿੰਦਗੀ ਦੀ ਗੱਲ ਕਰਦੇ ਹੋਏ, ਉਸ ਆਤਮ ਵਿਚਾਰ ਦੀ ਗੱਲ ਕਰਦੇ ਹੋਏ, ਉਸ ਆਤਮ ਮਾਰਗ ਦੀ ਗੱਲ ਕਰਦੇ ਹੋਏ ਇਸ਼ਾਰਾ ਦੇ ਰਹੇ। ਕਹਿੰਦੇ ਕਹੇ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਇੱਕ ਪ੍ਰਮਾਣ ਆਪਾਂ ਗੁਰਬਾਣੀ ਦੇ ਵਿੱਚੋਂ ਹੋਰ ਲਵਾਂਗੇ। ਸ਼ੇਖ ਫਰੀਦ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ ਇਸ ਦੇ ਪ੍ਰਤੀ। ਕੀ ਫਰਮਾਇਆ? ਕਹਿੰਦੇ ਵਾਟ ਹਮਾਰੀ ਖਰੀ ਉਡੀਨੀ, ਉਡੀਨੀ ਤੋਂ ਭਾਵ ਦੁਖਦਾਈ, ਵਾਟ ਤੋਂ ਭਾਵ ਰਸਤਾ। ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਨੇ ਆਤਮ ਮਾਰਗ ਦੀ ਗੱਲ ਕੀਤੀ, ਸਤਿਗੁਰੂ ਰਵਿਦਾਸ ਜੀ ਨੇ ਆਤਮ ਮਾਰਗ ਦੀ ਗੱਲ ਕੀਤੀ, ਸ਼ੇਖ ਫਰੀਦ ਜੀ ਉਸ ਰਸਤੇ ਦੀ ਗੱਲ ਕਰ ਰਹੇ। ਕਹਿੰਦੇ ਵਾਟ ਹਮਾਰੀ ਖੜੀ ਉਡੀਨੀ, ਖੰਨਿਓ ਤਿਖੀ ਬਹੁਤ ਪਈਨੀ, ਪਈਨੀ ਤੋਂ ਭਾਵ ਤੰਗ। ਕਹਿੰਦੇ ਉਹ ਰਸਤਾ ਜਿਸ ਰਸਤੇ ਉੱਪਰ ਇਸ ਇਨਸਾਨ ਦੀ ਆਤਮਾ ਨੇ ਚੱਲ ਕੇ ਜਾਣਾ, ਕਹਿੰਦੇ ਉਹ ਰਸਤਾ ਜਿਹੜਾ ਬੜਾ ਕਹਿੰਦੇ ਉਹ ਬਰੀਕ ਹੈ। ਖੰਨਿਓ ਤਿੱਖੀ ਬਹੁਤ ਪਈਨੀ, ਉਸ ਉੱਪਰ ਹੈ ਮਰਗ ਮੇਰਾ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ, ਪੰਥ ਤੋਂ ਭਾਵ ਰਸਤਾ, ਸਮਾਰ ਤੋਂ ਭਾਵ ਸਾਂਭਣਾ, ਸਵੇਰਾ ਤੋਂ ਭਾਵ ਉਹ ਭਰਾਵਾ ਸਵੇਰੇ ਉੱਠ ਕੇ ਉਸ ਮਾਲਕ ਦੀ ਜਿਹੜੀ ਉਹ ਬੰਦਗੀ ਕਰ, ਤਾਂ ਕਿ ਉਸ ਰਸਤਾ ਜਿਹੜਾ ਉਸ ਨੂੰ ਆਪਾਂ ਜਿਹੜਾ ਉਹ ਸਵਾਰ ਸਕੀਏ। ਇਸ ਕਰਕੇ ਭਗਵਾਨ ਵਾਲਮੀਕ ਜੀ ਨੇ ਪਹਿਲੀ ਕੜੀ ਦੇ ਵਿੱਚ ਕੀ ਫਰਮਾਇਆ? ਕਹਿੰਦੇ ਜੋ ਮਨੁੱਖ ਆਤਮ ਵਿਚਾਰ ਤੋਂ ਰਹਿਤ ਹੈ ਉਸ ਦਾ ਜੀਵਨ ਜਿਹੜਾ ਉਹ ਵਿਅਰਥ ਹੈ। ਦੂਸਰੀ ਕੜੀ ਦੇ ਅੰਦਰ ਭਗਵਾਨ ਵਾਲਮੀਕ ਜੀ ਨੇ ਕੀ ਫਰਮਾਇਆ? ਕਹਿੰਦੇ ਮਨੁੱਖ ਦੇ ਇੱਕ ਸਾਹ ਦੇ ਬਰਾਬਰ, ਕਹਿੰਦੇ ਸਾਰੀ ਪ੍ਰਿਥਵੀ ਦਾ ਧਨ ਜਿਹੜਾ ਉਹ ਤੁਛ, ਤੁਛ ਤੋਂ ਭਾਵ ਘਟਿਆ। ਕਹਿੰਦੇ ਜਿਸ ਤਰ੍ਹਾਂ ਇੱਕ ਸਕੇਲ ਹੋਵੇ ਨਾ, ਆਪਾਂ ਕੀ ਕਰੀਏ? ਕਹਿੰਦੇ ਜੀ ਉਸ ਸਕੇਲ ਦੇ ਵਿੱਚ, ਉਸ ਤੱਕੜੀ ਦੇ ਵਿੱਚ, ਇੱਕ ਪਲੜੇ ਦੇ ਵਿੱਚ ਸਾਰੀ ਦੁਨੀਆ ਦਾ ਆਪਾਂ ਧਨ ਪਾ ਲਈਏ ਨਾ, ਤੇ ਸਵਾਸਾਂ ਦੀਆਂ ਇੱਕ ਸਵਾਸ ਜਿਹੜਾ ਉਹ ਦੂਸਰੇ ਪਲੜੇ 'ਚ ਪਾ ਲਈਏ, ਤੇ ਫਿਰ ਵੀ ਕਹਿੰਦੇ ਉਹ ਜਿਹੜਾ ਪਲੜਾ ਨਾ ਸਵਾਸ ਦਾ, ਕਹਿੰਦੇ ਉਹ ਭਾਰਾ ਹੋਵੇਗਾ। ਸਵਾਲ ਪੈਦਾ ਹੁੰਦਾ ਭਗਵਾਨ ਵਾਲਮੀਕ ਜੀ ਨੇ ਇਸ ਤਰ੍ਹਾਂ ਕਿਉਂ ਲਿਖਿਆ? ਕਹਿੰਦੇ ਜੇਕਰ ਇੱਕ ਸਾਹ ਵੀ ਨਿਸਫਲ ਚਲੀ ਜਾਵੇ ਤੇ ਫਿਰ ਮੰਗਣ ਦੇ ਨਾਲ ਜਿਹੜੀ ਉਹ ਨਹੀਂ ਮਿਲਦੀ। ਆਪਾਂ ਨੂੰ ਪਤਾ ਦੁਨੀਆ ਦੇ ਅੰਦਰ ਇਹੋ ਜਿਹੇ ਪ੍ਰਮਾਣ ਆਪਾਂ ਨੂੰ ਮਿਲ ਜਾਂਦੇ
ਸਿਕੰਦਰ ਬਾਦਸ਼ਾਹ ਦੀ ਆਪਾਂ ਗੱਲ ਕਰ ਲਈਏ ਕਿ 12 ਕੁ ਸਾਲ ਦੱਸਦੇ ਜੀ ਉਹ ਕੋਈ 2 ਲੱਖ ਫੌਜ ਲੈ ਕੇ ਲੜਾਈਆਂ ਹੀ ਲੜਦਾ ਰਿਹਾ ਤੇ ਅਖੀਰਲੇ ਸਮੇਂ ਤੇ ਹੋ ਗਿਆ ਬਿਮਾਰ। ਰਸਤੇ ਵਿੱਚ ਜਿਹੜੇ ਉਸ ਦੇ ਨਾਲ ਅਹਿਲਕਾਰ ਸਨ ਉਹਨਾਂ ਨੇ ਉਸ ਨੂੰ ਕਹਿੰਦੇ ਜੀ ਘੋੜੇ ਤੋਂ ਥੱਲੇ ਉਤਾਰ ਦਿੱਤਾ ਤੇ ਆਪਣੇ ਨਾਲ ਜਿਹੜੇ ਅਹਿਲਕਾਰ ਸਨ ਉਹਨਾਂ ਨੂੰ ਕਹਿਣ ਲੱਗਾ ਸਿਕੰਦਰ ਬਾਦਸ਼ਾਹ ਕਿ ਸਾਰੀ ਦੁਨੀਆ ਦਾ ਧਨ ਜਿਹੜਾ ਮੈਂ ਲੁੱਟ ਕੇ ਲੈ ਕੇ ਆਇਆ ਨਾ ਉਸ ਦਾ ਅੱਧਾ ਧਨ ਜਿਹੜਾ ਉਹ ਮੈਂ ਦੇ ਦਿਆਂਗਾ, ਲੇਕਿਨ ਮੈਂ ਆਪਣੀ ਮਾਂ ਦੇ ਨਾਲ ਜਿਹੜੀ ਉਹ ਗੱਲ ਕਰਨੀ ਚਾਹੁੰਦਾ, ਇਹ ਦੱਸਣਾ ਚਾਹੁੰਦਾ ਕਿ ਸਿਕੰਦਰ ਬਾਦਸ਼ਾਹ ਦੁਨੀਆ ਦਾ ਜਿਹੜਾ ਉਹ ਵਿਜੇਤਾ ਬਾਦਸ਼ਾਹ। ਆਪਾਂ ਸਾਰੇ ਜਾਣਦੇ ਕਿ ਉਹ ਆਪਣੀ ਮਾਂ ਦੇ ਨਾਲ ਜਿਹੜੀ ਉਹ ਗੱਲ ਨਹੀਂ ਕਰ ਸਕਿਆ। ਕਿਉਂ ਨਹੀਂ ਕਰ ਸਕਿਆ? ਕਿ ਦੁਨੀਆ ਦੀ ਕੋਈ ਤਾਕਤ ਜਿਹੜੀ ਉਸ ਦੇ ਸਵਾਸਾਂ ਦੇ ਵਿੱਚ ਜਿਹੜੀ ਉਹ ਵਾਧਾ ਨਹੀਂ ਕਰ ਸਕੀ। ਇਸ ਕਰਕੇ ਇਸ ਇਨਸਾਨੀ ਜਾਮੇ ਦੀ ਆਪਾਂ ਗੱਲ ਕਰ ਲਈਏ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਗੱਲ ਕਰ ਲਈਏ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਗੱਲ ਕਰ ਲਈਏ, ਭਗਵਾਨ ਵਾਲਮੀਕ ਜੀ ਦੀ ਬਾਣੀ ਦੇ ਅਨੁਸਾਰ ਆਪਾਂ ਗੱਲ ਕਰ ਲਈਏ, ਹਰੇਕ ਪੂਰਨ ਮਹਾਤਮਾ ਨੇ ਆਪਣੇ ਆਪਣੇ ਸਮੇਂ ਦੇ ਅੰਦਰ ਆ ਕੇ ਇਸ ਇਨਸਾਨ ਨੂੰ ਇਹ ਸੋਝੀ ਦਿੱਤੀ ਕਿ ਇਹ ਇਨਸਾਨ ਕਹਿੰਦੇ ਉਸ ਸਮੇਂ ਦੇ ਬਾਰੇ, ਮਨੁੱਖੀ ਜਨਮ ਦੇ ਬਾਰੇ ਕਹਿੰਦੇ ਵਿਚਾਰ ਕਰ ਕਿ ਉਸ ਮਾਲਕ ਨੇ ਇਸ ਇਨਸਾਨ ਨੂੰ ਜਿਹੜਾ ਇਹ ਕਿਸ ਮਕਸਦ ਵਾਸਤੇ ਦਿੱਤਾ। ਦੂਸਰੀ ਗੱਲ ਮਹਾਤਮਾ ਆਪਾਂ ਨੂੰ ਦੱਸਦੇ ਹਨ ਕਿ ਆਪਾਂ ਇਸ ਸੰਸਾਰ ਦੇ ਅੰਦਰ ਵਪਾਰ ਕਰਨ ਵਾਸਤੇ ਆਏ ਹਾਂ। ਵਪਾਰ ਦੀ ਦੁਨੀਆ ਦੇ ਅੰਦਰ ਇੱਕ ਸਿਧਾਂਤ ਜਾਂ ਅਸੂਲ ਕੰਮ ਕਰਦਾ। ਉਹ ਅਸੂਲ ਕੀ ਹੈ? ਕੋਈ ਵਸਤੂ ਦੇ ਕੇ ਉਸ ਦੇ ਬਦਲੇ ਵਿੱਚ ਹੋਰ ਵਸਤੂ ਨੂੰ ਪ੍ਰਾਪਤ ਕਰਨਾ, ਇਹ ਹੈ ਬਾਹਰਲਾ ਵਪਾਰ। ਇੱਕ ਉਹ ਵਪਾਰ ਹੈ ਜਿਸ ਦਾ ਜ਼ਿਕਰ ਸਤਿਗੁਰੂ ਰਵਿਦਾਸ ਜੀ ਨੇ ਬਾਣੀ ਦੇ ਅੰਦਰ ਕੀਤਾ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਫਰਮਾਇਆ, ਕੋ ਬੰਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਭਾਈ ਸਾਹਿਬ ਜੀ ਸਤਿਗੁਰੂ ਰਵਿਦਾਸ ਜੀ ਜ਼ਿਕਰ ਕਰਦੇ ਹਨ ਕਿ ਕੋਈ RAM ਨਾਮ ਦਾ ਵਪਾਰੀ ਹੈ। ਆਪ ਕੀ ਜਵਾਬ ਦਿੰਦੇ ਹਨ ਕਿ ਮੈਂ RAM ਨਾਮ ਤਨ ਲਾਦਿਆ ਵਿਖ ਲਾਦੀ ਸੰਸਾਰ। ਇਸ ਵਪਾਰ ਦਾ ਜ਼ਿਕਰ ਸਤਿਗੁਰੂ ਕਬੀਰ ਸਾਹਿਬ ਜੀ ਨੇ ਵੀ ਆਪਣੀ ਬਾਣੀ ਦੇ ਅੰਦਰ ਕੀਤਾ। ਸਤਿਗੁਰੂ ਕਬੀਰ ਸਾਹਿਬ ਜੀ ਨੇ ਫਰਮਾਇਆ, ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਸਤਿਗੁਰੂ ਕਬੀਰ ਸਾਹਿਬ ਜੀ ਦੱਸਦੇ ਹਨ ਕਿ ਸੌਦਾ ਮੈਂ ਵੀ ਕੀਤਾ ਉਸ ਮਾਲਕ ਨਾਲ, ਪਰ ਆਪਣਾ ਮਨ ਹੀ ਦੇ ਦਿੱਤਾ। ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਤੇ ਆਪ ਇਸ ਬਾਰੇ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਹੋ? ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਅੱਜ ਦੇ ਇਸ ਵਾਰਤਾਲਾਪ ਦੇ ਅੰਦਰ ਆਪਾਂ ਸਤਿਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਗੱਲ ਕਰ ਰਹੇ ਹਾਂ, ਉਹ ਦੁਨੀਆ ਦੇ ਅੰਦਰ ਕਿਸ ਮਕਸਦ ਵਾਸਤੇ ਆਏ। ਮਹਾਤਮਾ ਨੇ ਆਪਣੀ ਜ਼ਿੰਦਗੀ ਦੇ ਅੰਦਰ, ਮਾਲਕ ਦੇ ਪਿਆਰਿਆਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਸ ਇਨਸਾਨ ਨੂੰ ਉਸ ਮਾਲਕ ਦੇ ਨਾਲ ਜਿਹੜਾ ਉਹ ਸੌਦਾ ਕਰਨ ਬਾਰੇ ਇਸ਼ਾਰਾ ਕੀਤਾ। ਹੁਣ ਉਹ ਸੌਦਾ ਕਹਿ ਲਓ ਆਪਾਂ ਉਸ ਸਮੇਂ ਤੱਕ ਲੈ ਸਕਦੇ ਹਾਂ ਜਦੋਂ ਤੱਕ ਉਹ ਆਪਣੇ ਵਰਗੀ ਇਸ ਦੇਹ ਦੇ ਵਿੱਚ ਬੈਠਾ। ਆਪਾਂ ਆ ਬਾਹਰਲੇ ਕਦੇ ਸਟੋਰਾਂ ਤੇ ਜਾਈਏ ਨਾ ਤੇ ਆਪਾਂ ਨੂੰ ਪਤਾ ਕਿ ਜਿਹੜਾ ਉੱਥੇ ਆਪਾਂ ਟਿਲ ਦੇ ਉੱਪਰ ਸੌਦਾ ਜਿਹੜਾ ਹੈਗਾ ਉਹ ਚੈੱਕ ਕਰ ਰਿਹਾ ਨਾ, ਤੇ ਕਈ ਵਾਰੀ ਕੀ ਹੁੰਦਾ ਕਿ ਉਹ ਇੱਕ ਛੋਟਾ ਜਿਹਾ ਨੋਟ ਜਿਹੜਾ ਉਹ ਬਾਹਰ ਲਿਖ ਕੇ ਲਾ ਦਿੰਦੇ, ਸੌਰੀ ਟਿਲ ਕਲੋਜ਼ਡ। ਸਾਰੀ ਆਪਾਂ ਦਿਹਾੜੀ ਕਹਿ ਲਓ, 2 ਘੰਟੇ ਕਹਿ ਲਓ, 4 ਘੰਟੇ ਕਹਿ ਲਓ, ਉਸ ਕਿਊ ਦੇ ਵਿੱਚ ਆਪਾਂ ਖੜੇ ਰਹੀਏ, ਉਸ ਟਿਲ ਦੇ ਵਿੱਚ ਆਪਾਂ ਖੜੇ ਰਹੀਏ ਉਸ ਟਿਲ ਦੇ ਸਾਹਮਣੇ, ਲੇਕਿਨ ਆਪਾਂ ਸੌਦਾ ਜਿਹੜਾ ਉਹ ਨਹੀਂ ਲੈ ਸਕਦੇ। ਕਿਉਂ ਨਹੀਂ ਲੈ ਸਕਦੇ? ਇਸ ਕਰਕੇ ਨਹੀਂ ਲੈ ਸਕਦੇ ਕਿ ਉੱਥੇ ਕਾਊਂਟਰ ਦੇ ਉੱਪਰ ਜਿਹੜਾ ਹੈਗਾ ਉਹ ਕੋਈ ਵੀ ਕੈਸ਼ੀਅਰ ਕਹਿ ਲਓ ਉਸ ਨੂੰ, ਜਾਂ ਉਹ ਜਿਹੜਾ ਬਾਰਕੋਡ ਵਗੈਰਾ ਚੈੱਕ ਕਰਦੇ ਆ, ਉਹ ਉੱਥੇ ਨਹੀਂ ਹੈ।
ਇਸ ਕਰਕੇ ਸਤਿਗੁਰੂ ਰਵਿਦਾਸ ਜੀ ਨੇ ਇਸ ਸ਼ਬਦ ਦੇ ਅੰਦਰ ਇਸ ਚੀਜ਼ ਦੇ ਪ੍ਰਤੀ ਜ਼ਿਕਰ ਕੀਤਾ ਕਿ ਉਹ ਜਦੋਂ ਦੁਨੀਆ ਦੇ ਅੰਦਰ ਆਏ ਉਹਨਾਂ ਨੇ ਉਸ ਰਾਮ ਦੇ ਨਾਮ ਦੀ ਗੱਲ ਕੀਤੀ, ਰਮੀ ਹੋਈ ਤਾਕਤ ਦੀ ਗੱਲ ਕੀਤੀ, ਉਸ ਮਾਲਕ ਨਾਲ ਵਪਾਰ ਕਰਨ ਦੀ ਗੱਲ ਕੀਤੀ। ਕਹਿੰਦੇ ਹੈ ਕੋਈ ਕੋ ਬੰਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ। ਕਹਿੰਦੇ ਅੱਜ ਮੈਂ ਇਸ ਦੁਨੀਆ ਦੇ ਅੰਦਰ ਇਨਸਾਨੀ ਜਾਮੇ ਦੇ ਅੰਦਰ ਬੈਠਾ, ਕਹਿੰਦੇ ਕੋਈ ਹੈ ਜਿਹੜਾ ਕਹਿੰਦੇ ਜੀ ਰਾਮ ਨਾਮ ਦਾ ਸੌਦਾ ਜਿਹੜਾ ਨਾ ਉਹ ਮੇਰੇ ਕੋਲੋਂ ਜਿਹੜਾ ਉਹ ਖਰੀਦ ਸਕੇ। ਲੇਕਿਨ ਹੋਇਆ ਨਹੀਂ ਹੋਇਆ। ਤੇ ਫਿਰ ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਇਸ ਤੋਂ ਅਗਲੀ ਕੜੀ ਵਿੱਚ ਬਿਆਨ ਕੀਤਾ। ਕੀ ਫਰਮਾਇਆ? ਜਿਸ ਤਰ੍ਹਾਂ ਉਹਨਾਂ ਨੇ ਜ਼ਿਕਰ ਕੀਤਾ ਜੀ, ਕਹਿੰਦੇ ਮੈਂ ਰਾਮ ਨਾਮ ਧਨ ਲਾਦਿਆ ਬਿਖ ਲਾਦੀ ਸੰਸਾਰ। ਬਿਖ ਤੋਂ ਭਾਵ ਜ਼ਹਿਰ। ਕਹਿੰਦੇ ਇਹ ਦੁਨੀਆ ਦੇ ਜਿਹੜੇ ਲੋਕ ਆ, ਕਹਿੰਦੇ ਇਹ ਉਸ ਰਾਮ ਨਾਮ ਦੇ ਗਾਹਕ ਜਿਹੜੇ ਉਹ ਨਹੀਂ ਹਨ, ਕਿਉਂਕਿ ਇਹ ਜ਼ਹਿਰ ਖਰੀਦਣ ਦੇ ਆਦੀ ਬਣ ਚੁੱਕੇ। ਲੇਕਿਨ ਮਹਾਤਮਾ ਆਪਾਂ ਨੂੰ ਉਸ ਚੀਜ਼ ਨੂੰ ਖਰੀਦਣ ਵਾਸਤੇ, ਰਾਮ ਨਾਮ ਦੇ ਧਨ ਨੂੰ ਖਰੀਦਣ ਵਾਸਤੇ ਇਸ ਦੁਨੀਆ ਦੇ ਅੰਦਰ ਜਿਹੜਾ ਉਹ ਇਸ਼ਾਰਾ ਦਿੰਦੇ। ਜਿਸ ਤਰ੍ਹਾਂ ਪਹਿਲੀਆਂ ਕੜੀਆਂ ਦੇ ਵਿੱਚ ਉਹਨਾਂ ਨੇ ਇਨਸਾਨੀ ਜਾਮੇ ਦੀ ਗੱਲ ਕੀਤੀ। ਕਹਿੰਦੇ ਇਨਸਾਨੀ ਜਾਮੇ ਵਿੱਚ ਆ ਕੇ ਆਪਾਂ ਕੀ ਕਰਨਾ? ਉਸ ਮਾਲਕ ਦੇ ਨਾਲ ਸੌਦਾ ਕਰਨਾ ਤਾਂ ਕਿ ਆਪਾਂ ਉਸ ਵਪਾਰ ਦੇ ਵਿੱਚ ਸਫਲ ਹੋ ਸਕੀਏ ਤੇ ਉਸ ਮਾਲਕ ਦੇ ਨਾਲ ਆਪਾਂ ਜਿਹੜਾ ਉਹ ਸੰਬੰਧ ਜੋੜ ਸਕੀਏ। ਕਿਤੇ ਕਿਤੇ ਮਹਾਤਮਾ ਦੀ ਜ਼ਿੰਦਗੀ ਦੇ ਅੰਦਰ ਆਪਾਂ ਨੂੰ ਇਹੋ ਜਿਹੀ ਚੀਜ਼ ਜਿਹੜੀ ਉਹ ਮਿਲ ਜਾਂਦੀ, ਜਿਸ ਤਰ੍ਹਾਂ ਸਤਿਗੁਰੂ ਪੀਰ ਸਾਹਿਬ ਮਹਾਰਾਜ ਜੀ ਦੀ ਆਪਾਂ ਗੱਲ ਕੀਤੀ ਕਿ ਕੰਚਨ ਸਿਉ ਪਾਈਏ ਨਹੀਂ ਤੋ ਮਨ ਦੇ ਰਾਮ ਲਿਆ ਹੈ ਮੋਲ। ਜਦੋਂ ਆਪਾਂ ਕਿਸੇ ਨੂੰ ਮੁੱਲ ਲੈ ਲੈਨੇ ਆ ਨਾ, ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਗੁਲਾਮਾਂ ਦੀ ਗੱਲ ਕਰ ਲਈਏ ਤੇ ਕੀ ਕਰਦੇ ਸਨ, ਉਹਨਾਂ ਨੂੰ ਮੁੱਲ ਲੈ ਕੇ ਆਉਂਦੇ ਸਨ ਤੇ ਫਿਰ ਉਹਨਾਂ ਦੀ ਆਪਾਂ ਕਹਿ ਲਈਏ ਕਿ ਬਿੱਲ ਪਾਵਰ ਜਿਹੜੀ ਆ ਉਹ ਖਤਮ ਹੋ ਜਾਂਦੀ। ਕਹਿੰਦੇ ਮੈਂ ਉਸ ਮਾਲਕ ਨੂੰ ਕਹਿੰਦੇ ਮੁੱਲ ਲੈ ਲਿਆ ਕਿੱਦਾਂ? ਕਹਿੰਦੇ ਮਨ, ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਮੁੱਖ ਵਾਕਾ ਜੀ, ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਜਦੋਂ ਆਪਾਂ ਉਹਦੇ ਬਣ ਜਾਵਾਂਗੇ, ਉਸ ਦੇ ਅਸੂਲਾਂ ਦੇ ਉੱਪਰ ਚੱਲਣਾ ਸ਼ੁਰੂ ਕਰ ਦਿਆਂਗੇ, ਫਿਰ ਇਸ ਇਨਸਾਨ ਦੀ ਜਿਹੜੀ ਇਹੋ ਜਿਹੀ ਅਵਸਥਾ ਜਿਹੜੀ ਉਹ ਬਣ ਸਕਦੀ। ਲੇਕਿਨ ਕਿਤੇ ਕਿਤੇ ਮਹਾਤਮਾ ਗੱਲ ਕਰਦੇ, ਕਹਿੰਦੇ ਜੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਤਿਗੁਰੂ ਰਵਿਦਾਸ ਜੀ ਦੇ ਦੱਸਣ ਦੇ ਅਨੁਸਾਰ ਕਿ ਇਹ ਦੁਨੀਆ ਦੇ ਲੋਕ ਜਿਹੜੇ ਕਹਿੰਦੇ ਜ਼ਹਿਰ ਦੇ ਵਪਾਰੀ ਬਣ ਚੁੱਕੇ। ਕਹਿੰਦੇ ਜ਼ਹਿਰ ਹੀ ਖਰੀਦਣ ਵਾਸਤੇ ਬੈਠੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ ਬਿਲਕੁਲ ਇਹੋ ਜਿਹਾ ਇੱਕ ਸ਼ਬਦ ਲਿਖਿਆ। ਕੀ ਫਰਮਾਇਆ? ਕਹਿੰਦੇ ਰਾਮ ਪਦਾਰਥ ਪਾਏ ਕੇ। ਹਲੇ ਉਹਨਾਂ ਨੇ ਕੀਤਾ ਨਹੀਂ, ਲੇਕਿਨ ਸਾਡੇ ਸਾਹਮਣੇ ਐਗਜ਼ਾਮਪਲ ਉਦਾਹਰਣ ਜ਼ਰੂਰ ਰੱਖੀ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ ਕੀ ਫਰਮਾਇਆ? ਕਹਿੰਦੇ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋ। ਕਹਿੰਦੇ ਵੀ ਜੇਕਰ ਰਾਮ ਨਾਮ ਦਾ ਪਦਾਰਥ, ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਗੱਲ ਕੀਤੀ ਕਿ ਉਹ ਵਣਜ ਕਰ ਰਿਹਾ, ਵਪਾਰੀ ਬਣ ਕੇ ਆਏ, ਤੇ ਫਿਰ ਕਹਿੰਦੇ ਕੋਈ ਹੈ ਉਸ ਰਾਮ ਨਾਮ ਦਾ ਸੌਦਾ ਖਰੀਦਣ ਵਾਸਤੇ, ਗਾਹਕ ਹੈ ਕੋਈ? ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਆਪਣੀ ਬਾਣੀ ਦੇ ਅੰਦਰ ਗੱਲ ਕਰ ਰਹੇ, ਕਹਿੰਦੇ ਰਾਮ ਪਦਾਰਥ ਪਾਏ ਕੇ। ਕਹਿੰਦੇ ਮੈਂ ਉਸ ਰਾਮ ਦੇ ਪਦਾਰਥ, ਉਸ ਰਮੀ ਹੋਈ ਤਾਕਤ, ਉਸ ਤਾਕਤ ਨੂੰ ਕਹਿੰਦੇ ਆਪਣੇ ਅੰਦਰ ਪ੍ਰਗਟ ਕੀਤਾ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਕਿਉਂ ਨਾ ਖੋਲ? ਕਹਿੰਦੇ ਨਾ ਖੋਲੀ। ਜਿਸ ਤਰ੍ਹਾਂ ਸਤਿਗੁਰੂ ਰਵਿਦਾਸ ਜੀ ਨੇ ਬਿਆਨ ਕੀਤਾ, ਕਿਉਂ ਨਾ ਖੋਲੀ? ਅਗਲੀ ਅੱਧੀ ਕੜੀ ਵਿੱਚ ਸਤਿਗੁਰੂ ਪੀਰ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਕਹਿੰਦੇ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਹਕ ਨਹੀਂ ਮੋਲ। ਪਟਣ ਕਹਿੰਦੇ ਬਾਜ਼ਾਰ ਨੂੰ ਆਪਾਂ ਕਹਿ ਲਈਏ, ਦੁਕਾਨ ਨੂੰ ਕਹਿ ਲਈਏ। ਕਹਿੰਦੇ ਨਹੀਂ ਪਟਣ ਨਹੀਂ ਪਾਰਖੂ। ਪਾਰਖੂ ਉਹ ਸੰਸਾਰ ਨੂੰ ਕਹਿੰਦੇ ਜਿਸ ਨੂੰ ਪਰਖ ਹੋਵੇ। ਇਸ ਦੇ ਅੰਦਰ ਇੱਕ ਭੇਦ ਰੱਖਿਆ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਨੇ। ਕਹਿੰਦੇ ਸੰਤ ਮਹਾਤਮਾ ਆਪਾਂ ਨੂੰ ਉਸ ਰਾਮ ਦੇ ਨਾਮ ਦਾ ਧਨ ਜਿਹੜਾ ਉਹ ਦੇਣਾ ਚਾਹੁੰਦੇ, ਲੇਕਿਨ ਦੁਨੀਆਦਾਰਾਂ ਦੀ, ਸਾਡੇ ਵਰਗੇ ਇਨਸਾਨਾਂ ਦੀ ਉਹ ਅਵਸਥਾ ਬਿਆਨ ਕਰ ਰਿਹਾ ਹੈ। ਕਹਿੰਦੇ ਜੀ ਉਹ ਉਸ ਚੀਜ਼ ਨੂੰ ਖਰੀਦਣਾ ਹੀ ਨਹੀਂ ਚਾਹੁੰਦੇ।
नहीं पटन नहीं पारखू। कहते बाजार ही है नहीं। बाजार किस चीज़ का, जेकर आप विचार करिए सतगुरु कबीर साहब महाराज जी के अनुसार आप दुनिया के अंदर विचर रहे तो फिर एक मार्केट लगी है ना, आप कह लीए कि फ्रूट मार्केट आ, कोले की मार्केट आ, कपड़े की मार्केट आ, ते जेकर कोई इंसान उत्थे हीरे और जवाहरात रख के बैठे तो फिर आपां पता कि उसकी खरीददारी नहीं होगी। सतगुरु कबीर साहब महाराज जी या सतगुरु रविदास जी कहते मैं उस राम दे नाम दे धन का जिहड़ा उत्थे स्टोल ला के बैठा, दुकान ला के बैठा, लेकिन कहते कोई गाहक ही है नहीं। लोकी गाहक किस चीज़ दे? कहते दुनिया दे। नहीं पटन नहीं पारखू। कहते को दूसरी गल, कहते उस बाजार दे विच कहते जी कोई परख करने वाला ही है नहीं। तीसरे शब्द दे विच की फरमाया सतगुरु कबीर साहब महाराज जी ने? नहीं गाहक। कहते फर्ज करो कोई इंसान कहते इहो जिहा आ भी जांदा जिसनों कहते इस चीज़ की परखिया कि दुनिया के धन नालों उस राम नाम के धन की जिहड़ी कीमत है ना उसका मुकाबला नहीं कर सकते। हाले कहते पता दुनिया के लोगों को पता, हरेक इंसान को पता, महात्मा के दसन के अनुसार ये इंसान ने अखीर के समय ते सारा कुछ ही आप इत्थे छड्ड के जाना। कोई शक वाली गल नहीं, क्योंकि वक्रे वक्रे महात्मा ने अपनी अपनी बाणी के अंदर इसके जिहड़े वो प्रमाण दिते। इस करके सतगुरु कबीर साहब महाराज जी के दसन के अनुसार नहीं पटन नहीं पारखू नहीं गाहक। कहते गाहक ही है नहीं, कोई सौदा ही है नहीं लैन वाला, नहीं गाहक नहीं मोल। कहते फर्ज करो कोई गाहक भी आ गया, व्यापारी बन के भी आ गया, कहते उसनों इस चीज़ का भी पता कि भी जिहड़े राम नाम का धन आ ना उसका भी पता, लेकिन कहते वो कीमत देण वास्ते ही तैयार नहीं। सवाल पैदा हुंदा कीमत देण वास्ते क्यों तैयार नहीं? आपां नूं पता कि उन्हां महात्मा की जिहड़ी जिंदगी वो साडे सामने, इस करके आपां वखरे वखरे महात्मा की जिहड़ी वो गल कर सकते। हाँ जी, 3 क्वेश्चन दे दो भाई। हाँ जी, इस करके वखरे वखरे महात्मा की जिहड़ी वो आपां गल कर सकते कि उन्हां महात्मा ने अपनी जिंदगी के अंदर आके जिहड़ी आपां नूं की समझाउण दी गल करदे कि भी इस दुनिया के अंदर आउणा ते फिर आपां ओ राम नाम दा धन जिहड़ा ना आपां उस दे खरीददार जिहड़ा ओ बनना। तीसरी चीज़ महात्मा आपां नूं ये दसदे हन कि ਉਹ ਮਾਲਕ ਸਾਰਿਆਂ ਦਾ ਹੀ ਹੈ। ਇਹ ਨਹੀਂ ਕਿ ਸਿੱਖਾਂ ਦਾ, ਈਸਾਈਆਂ ਦਾ, ਜੈਨੀਆਂ ਦਾ, ਬੋਧੀਆਂ ਦਾ, ਪਾਰਸੀਆਂ ਜਾਂ ਯਹੂਦੀਆਂ ਦਾ ਕੋਈ ਵੱਖਰਾ ਹੈ। ਇਨਸਾਨ ਦੀ ਇਹ ਬਦਕਿਸਮਤੀ ਰਹੀ ਕਿ ਇਸਨੇ ਮਾਲਕ ਦੇ ਪਿਆਰਿਆਂ ਵਿੱਚ ਵੀ ਵੰਡੀਆਂ ਪਾ ਲਈਆਂ। ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਅੰਦਰ एक जगह ते फरमाया, एके माटी के सब भांडे सबका एको सिरजनहारा, रविदास व्यापे एको घट पीतर, सबको एके घड़े कुम्हारा। भाई साहिब जी गुरु रविदास जी दे गुरपुरब ते सवाल आप संगत नूं की कहना चाहते हो इस बारे? गुरमुख प्यारिओ, जिस तरह आपां गल कर रहे हैं, पहली चीज़ आपां नूं महात्मा ने की दसी इंसानी जामे की गल, दूसरी व्यापार की गल सतगुरु रविदास जी ने साडे सामने लैके आंदी, तीसरी चीज़ सतगुरु रविदास जी ने साडे सामने लैके आंदी कि बई इस इंसान की सोचनी कह लो, सोचण का दायरा कह लो, कहते जी वो किस तरीके का जिहड़ा वो बनना चाहिए। तो जेकर फिर भी आपां उन्हां दी गल जिहड़ी उसनूं सुनिया ही नहीं, तो आपां जिस तरह आपां आप दुनिया दे अंदर विचर रहे हैं, उन्हां दे धार्मिक ग्रंथ जिहड़े आपां मत्था क्यों टेकदे? इस करके टेकदे कि भी उस दे अंदर जिहड़ी चीज़ लिखी आ ना वो सानूं जिहड़ी वो परवाह है। इस करके सतगुरु रविदास जी ने की फरमाया, कहते एके माटी के सब भांडे सबका एको सिरजनहार।
ਉਹਨਾਂ ਨੇ ਕਿਤੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਨਹੀਂ ਕੀਤਾ ਕਿ ਵੀ ਸਿੱਖਾਂ ਦਾ ਕੋਈ ਹੋਰ ਰੱਬ ਆ, ਈਸਾਈਆਂ ਦਾ ਕੋਈ ਹੋਰ ਰੱਬ ਆ, ਜਾਂ ਭਗਵਾਨ ਵਾਲਮੀਕ ਜੀ ਨੂੰ ਮੰਨਣ ਵਾਲਿਆਂ ਦਾ ਕੋਈ ਹੋਰ ਰੱਬ ਆ, ਤੇ ਜਾਂ ਸਤਿਗੁਰੂ ਰਵਿਦਾਸ ਜੀ ਨੂੰ ਮੰਨਣ ਵਾਲਿਆਂ ਦਾ ਕੋਈ ਹੋਰ ਨਹੀਂ। ਗੁਰਬਾਣੀ ਦੇ ਅੰਦਰ ਆਪਾਂ ਨੂੰ ਪ੍ਰਮਾਣ ਮਿਲਣਗੇ, ਉਹਨਾਂ ਨੇ ਇਸ ਚੀਜ਼ ਦੀ ਜਿਹੜੀ ਉਹ ਸ਼ਹਾਦਤ ਦਿੱਤੀ। ਲੇਕਿਨ ਸਵਾਲ ਇਸ ਚੀਜ਼ ਦਾ ਕਿ ਆਪਾਂ ਉਹਨਾਂ ਦੀ ਬਾਣੀ ਨੂੰ ਕਿੰਨਾ ਕੁ ਜਿਹੜਾ ਉਹ ਮੰਨਣ ਵਿੱਚ ਲੈ ਕੇ ਆਏ। ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਇਨਸਾਨ ਦੀ ਜਿਹੜੀ ਹੋਂਦ ਆ ਨਾ, ਬੇਸ ਕਹਿ ਲਓ, ਜਿਸ ਦੇ ਉੱਪਰ ਇਹ ਇਨਸਾਨ ਖੜਾ, ਸਤਿਗੁਰੂ ਰਵਿਦਾਸ ਜੀ ਦੇ ਦੱਸਣ ਦੇ ਅਨੁਸਾਰ ਕਿ ਧਰਮ ਦਾ ਜਿਹੜਾ ਬੇਸ ਆ ਨਾ, ਉਹ ਦਇਆ ਦੇ ਉੱਪਰ ਜਿਹੜਾ ਉਹ ਖੜਾ। ਤੇ ਜੇਕਰ ਇਸ ਇਨਸਾਨ ਦੇ ਅੰਦਰ ਦਇਆ ਨਹੀਂ, ਸਾਰੀ ਜ਼ਿੰਦਗੀ ਲੱਗੇ ਰਹੀਏ ਆਪਾਂ ਸਤਿਗੁਰੂ ਰਵਿਦਾਸ ਜੀ ਦੇ ਜਿੰਨੇ ਮਰਜ਼ੀ ਗੁਰਪੁਰਬ ਮਨਾ ਲਈਏ, ਲੇਕਿਨ ਆਪਾਂ ਉਹਨਾਂ ਦੀਆਂ ਸਿੱਖਿਆਵਾਂ ਤੋਂ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਦੇ। ਮੈਨੂੰ ਇੱਕ ਛੋਟੀ ਜਿਹੀ ਜਿਹੜੀ ਉਹ ਕੜੀ ਯਾਦ ਆ ਗਈ ਮਹਾਤਮਾ ਬੁੱਧ ਦੇ ਸਮੇਂ ਦੇ ਵਿੱਚ, ਕਿਉਂਕਿ ਇਹਨਾਂ ਦਾ ਚਚੇਰਾ ਭਰਾ ਜਿਸ ਨੂੰ ਆਨੰਦ ਕਹਿੰਦੇ, ਉਹ ਮਹਾਤਮਾ ਬੁੱਧ ਦੇ ਬਹੁਤ ਸਮਾਨ ਲਾ ਰਿਹਾ। ਲਿਖਤ ਵਿੱਚ ਇਸ ਤਰ੍ਹਾਂ ਮਿਲਦਾ, ਆਪਾਂ ਦਇਆ ਦੀ ਗੱਲ ਕਰ ਰਹੇ, ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਉਹ ਜਿਹੜਾ ਆਨੰਦ ਸੀ, ਇਹ ਮਹਾਤਮਾ ਬੁੱਧ ਦੇ ਨਾਲ ਜ਼ਿੰਦਗੀ ਦਾ ਬਹੁਤ ਸਮਾਂ ਇਹਨਾਂ ਨੇ ਗੁਜ਼ਾਰਿਆ ਤੇ ਬਾਹਰ ਜਾ ਰਹੇ ਸਨ। ਗਰਮੀ ਦਾ ਮੌਸਮ ਸੀ, ਕਰਮੰਡਲ ਦੇ ਵਿੱਚ ਪਾਣੀ ਪਾਇਆ, ਲੇਕਿਨ ਲਿਖਤ ਵਿੱਚ ਇਸ ਤਰ੍ਹਾਂ ਮਿਲਦਾ, ਮਹਾਤਮਾ ਬੁੱਧ ਨੇ ਇੱਕ ਜਿਹੜਾ ਪਲਾਂਟ ਆਪਾਂ ਕਹਿ ਲਈਏ, ਇੱਕ ਤੱਤ ਦੇ ਦਰਖਤ ਕਹਿ ਲਓ, ਕਹਿੰਦੇ ਜੀ ਉਹ ਕੁਮਲਾਇਆ ਹੋਇਆ ਵੇਖਿਆ ਤੇ ਉਸ ਕਰਮੰਡਲ ਦੇ ਵਿੱਚ ਜਿਹੜਾ ਪਾਣੀ ਸੀ ਉਸ ਦਰਖਤ ਨੂੰ ਪਾ ਦਿੱਤਾ। ਆਨੰਦ ਜੀ ਨੇ ਪਤਾ ਉਹਨਾਂ ਨੂੰ ਕੀ ਆਖਿਆ ਜੀ, ਕਹਿਣ ਲੱਗੇ 12 ਕੋਹ ਦਾ ਸਫ਼ਰ ਆ, ਗਰਮੀ ਦਾ ਮੌਸਮ ਆ, ਆਪਾਂ ਤੁਰ ਕੇ ਜਾਣਾ ਤੇ ਆਪਾਂ ਨੂੰ ਪਿਆਸ ਜਿਹੜੀ ਉਹ ਲੱਗ ਸਕਦੀ। ਵਿਚਾਰ ਕਰਨ ਵਾਲੀ ਗੱਲ ਮਹਾਤਮਾ ਬੁੱਧ ਕਹਿਣ ਲੱਗੇ, ਲੱਗ ਸਕਦੀ, ਅਜੇ ਲੱਗੀ ਨਹੀਂ, ਲੇਕਿਨ ਉਸ ਪਲਾਂਟ ਨੂੰ ਜਿਹੜੀ ਉਹ ਕਹਿੰਦੇ ਜੀ ਪਿਆਸ ਲੱਗੀ ਤੇ ਆਪਣਾ ਕਰਮੰਡਲ ਜਿਹੜਾ ਉਹਨਾਂ ਨੇ ਉੱਥੇ ਜਿਹੜਾ ਉਹ ਡੋਲ ਦਿੱਤਾ। ਇਸ ਕਰਕੇ ਆਪਾਂ ਵਿਚਾਰ ਕਰ ਰਹੇ ਹਾਂ, ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇਸ ਚੀਜ਼ ਨੂੰ ਸਾਡੇ ਸਾਹਮਣੇ ਰੱਖਿਆ ਕਿ ਉਹ ਭਰਾਵੋ, ਉਹਨਾਂ ਦੇ ਨਾਂ ਦੇ ਉੱਪਰ ਗੁਰਪੁਰਬ ਮਨਾਉਣ ਦੇ ਨਾਲ ਕਹਿੰਦੇ ਆਪਾਂ ਕਰਦੇ ਕਿ ਆਪਾਂ ਆਪਣੀ ਗੱਲ ਕਰਦੇ, ਆਪਣੇ ਅੰਦਰ ਆਪਾਂ ਝਾਤੀ ਮਾਰ ਕੇ ਵੇਖੀਏ ਤੇ ਆ ਜਿਹੜੇ ਸਾਡੇ ਗੁਰੂ ਘਰ ਆ ਨਾ ਬਣਾਏ, ਕਦੇ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਵੇਖੀਏ, ਹਾਲੇ ਉਹ ਆਪਾਂ ਆਪ ਬਣਾਏ, ਲੇਕਿਨ ਸਾਡਾ ਹੌਸਲਾ ਨਹੀਂ ਪੈਂਦਾ ਕਿ ਆਪਾਂ ਉੱਥੇ ਕੋਈ ਇਹੋ ਜਿਹੀ ਵਸਤੂ ਜਿਹੜੀ ਉਹ ਲੈ ਕੇ ਜਾਈਏ। ਲੇਕਿਨ ਇਸ ਇਨਸਾਨ ਦੇ ਮਨ ਦੀ ਕਾਢ ਕਹਿ ਲਓ ਇਹੋ ਜਿਹੀ ਬਣ ਚੁੱਕੀ ਕਿ ਇਹ ਇਨਸਾਨ ਕਹਿੰਦਾ ਜੀ ਗੁਰਦੁਆਰੇ ਦੇ ਅੰਦਰ, ਗੁਰੂ ਘਰ ਦੇ ਅੰਦਰ ਤੇ ਆਹ ਚੀਜ਼ ਜਿਹੜੀ ਉਹ ਅਲਾਉਡ ਨਹੀਂ, ਲੇਕਿਨ ਬਾਹਰ ਆਪਾਂ ਜੋ ਮਰਜ਼ੀ ਕਰੀ ਚੀਏ। ਸਤਿਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਤੇ ਕਈ ਵਾਰੀ ਇਨਸਾਨ ਆਪਾਂ ਨੂੰ ਇਹੋ ਜਿਹੇ ਮਿਲ ਜਾਂਦੇ, ਕਹਿੰਦੇ ਜੀ ਬੱਚਿਆਂ ਦੇ ਜਨਮ ਦਿਨ ਤਾਂ ਆਪਾਂ ਮਨਾਉਣੇ, ਤੇ ਫਿਰ ਤੇ ਬਈ ਆਪਾਂ ਨੂੰ ਪਤਾ ਕਿ ਆਪਾਂ ਆਪਣੀ ਮਰਜ਼ੀ ਅਨੁਸਾਰ ਖੁਸ਼ੀ ਕਰਦੇ, ਤੇ ਫਿਰ ਗੁਰੂ ਦਾ ਜਨਮ ਦਿਨ ਜਿਹੜਾ ਉਸ ਤੇ ਫਿਰ ਜਿਹੜੀ ਉਹ ਵੱਧ ਖੁਸ਼ੀ ਕਰਨੀ ਚਾਹੀਦੀ। ਗੁਰਮੁਖ ਪਿਆਰਿਓ, ਸਾਰੀ ਜ਼ਿੰਦਗੀ ਲੱਗੇ ਰਹੀਏ, ਜੇਕਰ ਆਪਾਂ ਉਹਨਾਂ ਦੀ ਸਿੱਖਿਆ ਨੂੰ ਨਹੀਂ ਅਪਣਾਇਆ ਤੇ ਫਿਰ ਆਪਾਂ ਉਹਨਾਂ ਦੇ ਗੁਰਪੁਰਬ ਤੋਂ ਉਹ ਫਾਇਦਾ ਜਿਹੜਾ ਉਹ ਨਹੀਂ ਉਠਾ ਸਕਾਂਗੇ। ਇਸ ਕਰਕੇ ਹਰੇਕ ਮਹਾਤਮਾ ਨੇ ਆਪਣੀ ਜ਼ਿੰਦਗੀ ਦੇ ਅੰਦਰ ਕਹਿ ਲਓ ਇਸ ਚੀਜ਼ ਬਾਰੇ ਜ਼ਿਕਰ ਕੀਤਾ। ਇੱਕ ਰੈਫਰੈਂਸ ਆਪਾਂ ਲਵਾਂਗੇ ਗੁਰਬਾਣੀ ਦੇ ਵਿੱਚੋਂ, ਸਤਿਗੁਰੂ ਰਵਿਦਾਸ ਜੀ ਨੇ ਆਪਣੀ ਬਾਣੀ ਦੇ ਅੰਦਰ ਇੱਕ ਜਗ੍ਹਾ ਤੇ ਜ਼ਿਕਰ ਕੀਤਾ ਜੀ, ਕਹਿੰਦੇ ਇਹ ਦੁਨੀਆ ਜਿਹੜੀ ਕਰਮਾ ਸੰਦਰਾ ਖੇਤ, ਕਹਿੰਦੇ ਵਿਚਾਰ ਕਰਨੀ ਪਵੇਗੀ ਜੇਕਰ ਇਸ ਇਨਸਾਨ ਦੀ ਜ਼ਿੰਦਗੀ ਦਇਆ ਦੇ ਉੱਪਰ ਨਹੀਂ ਖੜੀ। ਸਤਿਗੁਰੂ ਰਵਿਦਾਸ ਜੀ ਨੇ ਕੀ ਫਰਮਾਇਆ, ਕਹਿੰਦੇ ਆਪਣਾ ਗੀਵ ਕਟਾਈਏ ਜੋ ਮਾਸ ਪਰਾਇਆ ਖਾਏ, ਰਵਿਦਾਸ ਮਾਸ ਜੋ ਖਾਤ ਹੈ ਤੇ ਨਰ ਨਰ ਕੇ ਜਾਏ। ਅੱਜ ਜਿੰਨੇ ਵੀ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਹਿ ਲਓ, ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦੇ ਅੰਦਰ ਕਹਿ ਲਓ, ਮੰਨਣ ਵਿੱਚ ਲਾਵਾਂਗੇ, ਉਹਨਾਂ ਦਾ ਆਪਾਂ ਗੁਰਪੁਰਬ ਜਿਹੜਾ ਉਹ ਮਨਾ ਸਕਦੇ ਹਾਂ। ਗੁਰਮੁਖ ਪਿਆਰਿਓ, ਮਾਲਕ ਦੇ ਪਿਆਰਿਆਂ ਦੇ ਗੁਰਪੁਰਬ ਮਨਾਉਣ ਤੋਂ ਭਾਵ ਉਹਨਾਂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ। ਆਪਾਂ ਜੇਕਰ ਬਾਹਰਲੀ ਦੁਨੀਆ ਦੇ ਅੰਦਰ ਵੀ ਝਾਤੀ ਮਾਰ ਕੇ ਵੇਖੀਏ ਤਾਂ ਜਿਸ ਨਾਲ ਆਪਾਂ ਸੰਬੰਧ ਜੋੜਦੇ ਹਾਂ ਉਸ ਦੇ ਨਾਲ ਵਿਚਾਰਾਂ ਦੀ ਸਹਿਮਤੀ ਜ਼ਰੂਰੀ ਆਖੀ ਜਾ ਸਕਦੀ।
ਇਸੇ ਤਰ੍ਹਾਂ ਹੀ ਪਰਮਾਰਥ ਦੀ ਦੁਨੀਆ ਵਿੱਚ ਪਰਮਾਰਥ ਦਾ ਰਸਤਾ ਤੈਅ ਕਰਨ ਲਈ ਗੁਰੂ ਦੇ ਵਿਚਾਰਾਂ ਨਾਲ ਸਹਿਮਤੀ ਜ਼ਰੂਰੀ ਆਖੀ ਜਾ ਸਕਦੀ। ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਬਾਹਰਲੀ ਦੁਨੀਆ ਵਿੱਚ ਜਿਸ ਨਾਲ ਸੰਬੰਧ ਜੁੜ ਜਾਣ ਉਹਨਾਂ ਨੂੰ ਆਪਾਂ ਮਿੱਤਰ ਆਖਦੇ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਮਿੱਤਰ ਕੋਲੋਂ ਹਮਦਰਦੀ ਚਾਹੁੰਦੇ ਹਾਂ ਤਾਂ ਮਿੱਤਰ ਵੀ ਸਾਡੇ ਕੋਲੋਂ ਹਮਦਰਦੀ ਦੀ ਮੰਗ ਕਰੇਗਾ। ਉਹ ਹਮਦਰਦੀ ਕੀ ਹੈ? ਉਸ ਦੇ ਗੁਣਾਂ ਨੂੰ ਧਾਰਨ ਕਰਨਾ। ਆਪਾਂ ਆਖ ਸਕਦੇ ਹਾਂ ਕਿ ਇਨਸਾਨ ਦਾ ਅਸਲੀ ਰੂਪ ਉਸ ਦੇ ਵਿਚਾਰ ਹਨ। ਇਹ ਵਿਚਾਰ ਮਾਂ-ਬਾਪ ਤੋਂ ਮਿਲਦੇ ਹਨ, ਇਹ ਵਿਚਾਰ ਸੰਗਤ ਤੋਂ ਮਿਲਦੇ ਹਨ, ਇਹ ਵਿਚਾਰ ਸੁਸਾਇਟੀ ਤੋਂ ਮਿਲਦੇ ਹਨ। ਇਸ ਕਰਕੇ ਗੁਰਬਾਣੀ ਅੰਦਰ ਜ਼ਿਕਰ ਆਇਆ, ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ। ਗੁਰੂ ਸਾਹਿਬ ਦੱਸਦੇ ਹਨ ਕਿ ਇਹ ਮਾਲਕ ਇਸ ਤਰ੍ਹਾਂ ਦੀ ਸੰਗਤ ਬਖਸ਼ ਜਿਸ ਨਾਲ ਤੇਰੀ ਭਗਤੀ ਕਰਨ ਦਾ ਪਤਾ ਲੱਗ ਸਕੇ। ਗੁਰਬਾਣੀ ਅੰਦਰ ਇੱਕ ਹੋਰ ਜਗ੍ਹਾ ਤੇ ਆਇਆ, ਗੁਰ ਕੀ ਮਤ ਤੂੰ ਲੈ ਆਣੇ। ਗੁਰੂ ਦੀ ਮਤ ਨੂੰ ਅਪਣਾਉਣ ਦੀ ਗੱਲ ਬਾਣੀ ਕਰਦੀ। ਮੈਂ ਬੇਨਤੀ ਕਰਾਂ, ਆਪਣੀ ਵਿਚਾਰ ਨਾਲ ਮਨੁੱਖ ਧਨ ਕਮਾ ਸਕਦਾ, ਪਰ ਧਰਮ ਕਮਾਉਣ ਲਈ ਗੁਰੂ ਦੀ ਮਤ ਲੈਣੀ ਪਵੇਗੀ। ਇਸ ਗੱਲ ਨੂੰ ਮਨ ਵਿੱਚ ਬਿਠਾ ਲੈਣਾ ਚਾਹੀਦਾ ਕਿ ਜਿਹੜੀ ਚੀਜ਼ ਗੁਰੂ ਨੂੰ ਪਸੰਦ ਨਹੀਂ ਉਸ ਦਾ ਤਿਆਗ ਕਰਨਾ ਪਵੇਗਾ। ਸਤਿਗੁਰੂ ਰਵਿਦਾਸ ਜੀ ਦਇਆ ਕਰਨ, ਆਪਾਂ ਉਹਨਾਂ ਦੇ ਗੁਰਪੁਰਬ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਨੂੰ ਸਫਲ ਕਰ ਸਕੀਏ। ਧੰਨਵਾਦੀ ਹਾਂ ਕਾਂਸ਼ੀ ਟੈਲੀਵਿਜ਼ਨ ਦੀ ਸਾਰੀ ਟੀਮ ਦੇ, ਜਿਨ੍ਹਾਂ ਦੀ ਅਣਥੱਕ ਮਿਹਨਤ ਕਰਕੇ ਭਗਵਾਨ ਵਾਲਮੀਕ ਜੀ ਦੀਆਂ ਸਿੱਖਿਆਵਾਂ, ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਯਤਨਸ਼ੀਲ ਹਨ। ਭਗਵਾਨ ਵਾਲਮੀਕ ਜੀ ਕੀ ਜੈ। ਜੈ ਗੁਰੂ।